ਤੁਸੀਂ ਦੇਖ ਰਹੇ ਹੋ ਆਪਣਾ ਫਰੈਂਡਸ ਚੈਨਲ। ਇਸ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਵਿਜ਼ਨ ਓਵਰਸੀਜ਼ ਇੱਕ ਮੁਕੰਮਲ ਮਾਈਗ੍ਰੈਂਟ ਸੋਲਿਊਸ਼ਨ ਜੋ ਕਿ 2010 ਤੋਂ ਆਸਟ੍ਰੇਲੀਅਨ ਰਜਿਸਟਰਡ ਮਾਈਗ੍ਰੇਟ ਕੰਸਲਟੈਂਟ ਹਨ ਤੇ ਇਹ ਕਰਦੇ ਨੇ ਤੁਹਾਡੀਆਂ ਮਾਈਗ੍ਰੇਸ਼ਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਸਭ ਤੋਂ ਪਹਿਲਾਂ ਮੈਲਬਰਨ ਵਿੱਚ ਅਤੇ ਨਾਲ ਹੀ ਵਿਜ਼ਨ ਸੋਲਿਸਿਟਰਸ ਦੇ ਬੈਨਰ ਹੇਠ ਇਹ ਦਿੰਦੇ ਨੇ ਫੈਮਿਲੀ ਮੈਟਰ ਦੀਆਂ ਸਭ ਸਮੱਸਿਆਵਾਂ ਦਾ ਹੱਲ। संपर्क करो सूट 1 लेवल 1 23 Goonang Road, Carnegie, Victoria 3163। फोन 0399399036 और विजन ओवरसीज फेसबुक, विजन सॉलिसिटर्स फेसबुक। विजन ओवरसीज एक मुकम्मल माइग्रेंट सोल्यूशन। ਆਪਣਾ ਫਰੈਂਡਸ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ ਮੇਰੇ ਨਾਲ ਜਾਣੀ ਕਿ ਹਰਮੀਤ ਬੰਗਲਾ ਨਾਲ। ਤੇ ਮੇਰਾ ਅੱਜ ਸਾਥ ਦੇ ਰਹੇ ਨੇ ਨਿਸ਼ ਪਾਵਾ ਜੀ, ਮੈਲਬਰਨ ਤੋਂ ਹੀ ਨੇ। ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਦੇ ਨੇ, ਮੈਲਬਰਨ ਵਾਸੀਆਂ ਦੇ ਵਿੱਚ ਚੰਗਾ ਨਾਮ ਹੈਗਾ ਉਹਨਾਂ ਦਾ, ਨਿਸ਼ ਪਾਵਾ ਜੀ ਦਾ। ਤੇ ਮੈਨੂੰ ਕੋਈ ਉਹਨਾਂ ਨੂੰ ਤਾਰੀਫ ਕਰਾਉਣ ਦੀ ਲੋੜ ਨਹੀਂ ਹੈਗੀ। ਨਿਸ਼ ਪਾਵਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਫ਼ ਤੇ ਸਿੱਧੀ ਗੱਲ। ਭਾਈ ਸਤਿ ਸ਼੍ਰੀ ਅਕਾਲ, अस्सलाम वालेकुम एंड नमस्कार ਸਾਰੇ श्रोताओं ਨੂੰ ਤੇ ਤੁਹਾਨੂੰ ਤੇ ਥੈਂਕ ਯੂ ਫॉर ਹੈਵਿੰਗ ਮੀ। ਅੱਛਾ ਨਿਸ਼ ਜੀ, ਸਭ ਤੋਂ ਪਹਿਲੇ ਜਿਹੜਾ ਤੁਸੀਂ ਕੁਝ ਦਿਨ ਪਹਿਲੇ ਇੰਡੀਅਨ ਜਿਹੜਾ ਨੈਸ਼ਨਲ ਚੈਨਲ ਹੈਗਾ ਰਿਪਬਲਿਕ, ਅੱਜ ਕੱਲ੍ਹ ਸੁਸ਼ਾਂਤ ਸਿੰਘ ਮਰਡਰ ਕੇਸ ਕਹਿ ਲਈਏ ਜਾਂ ਸੁਸਾਈਡ ਕੇਸ ਕਹਿ ਲਈਏ, ਉਹਦੀ ਜਿਹੜੀ ਪੈਰਵਾਈ ਕਰਦੇ ਪਏ ਨੇ ਤੇ ਉਹਦੇ ਵਿੱਚ 2-3 ਦਿਨ ਪਹਿਲੇ ਤੁਹਾਨੂੰ ਉਹਨਾਂ ਨੇ ਲਿਆ ਵੈ, ਤੁਹਾਡੀ ਇੰਟਰਵਿਊ ਲਿੱਤੀ ਉਹਨਾਂ ਨੇ 1-2 ਮਿੰਟ ਦੀ, ਜੋ ਵੀ ਤੁਹਾਡੀ ਗੱਲਬਾਤ ਹੋਈ। ਤੇ ਸਭ ਤੋਂ ਚੰਗਾ ਜਿਹੜਾ ਸਾਨੂੰ ਇਹ ਲੱਗਾ ਕਿ ਜਦੋਂ ਉਹਨਾਂ ਨੇ ਨਾਮ ਲਿਆ ਆਸਟ੍ਰੇਲੀਆ ਦਾ, ਕਿ ਆਸਟ੍ਰੇਲੀਆ 'ਚ ਅਸੀਂ ਹੁਣ ਗੱਲ ਕਰਾਂਗੇ, ਤੇ ਆਸਟ੍ਰੇਲੀਆ ਵਾਸੀਆਂ ਵੱਲੋਂ ਵੀ ਇੱਦਾਂ ਲੱਗਾ ਕਿ ਪੂਰੀ ਤਰ੍ਹਾਂ ਸਪੋਰਟ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਕਿ ਸੁਸ਼ਾਂਤ ਸਿੰਘ ਦੇ ਜਿਹੜਾ ਮਰਡਰ ਹੈ ਜਾਂ ਸੁਸਾਈਡ ਹੈ, ਇਸ ਕੇਸ ਦੀ ਪੂਰੀ ਤਰ੍ਹਾਂ ਪੈਰਵਾਈ ਹੋਣੀ ਚਾਹੀਦੀ ਹੈ, ਇਹਦਾ ਪੂਰੀ ਤਰ੍ਹਾਂ ਨਿਰਪੱਖ ਇਹਦਾ ਰਿਜ਼ਲਟ ਆਉਣਾ ਚਾਹੀਦਾ ਤਾਂ ਜੋ ਉਹਦੇ ਮਾਪਿਓ ਨੂੰ ਤੇ ਦੁਨੀਆ ਨੂੰ ਇਹ ਸਾਰਾ ਨਿਆਂ ਮਿਲ ਸਕੇ ਕਿ ਉਸ ਨੌਜਵਾਨ ਜਿਹੜਾ ਹੀਰੋ ਦੇ ਨਾਲ ਕੀ ਹੋਇਆ। ਤੇ ਸਾਰਿਆਂ ਦੇ ਜਜ਼ਬਾਤ ਤੇ ਓਬਵੀਅਸ ਹੈ, ਭਾਵੇਂ ਆਸਟ੍ਰੇਲੀਆ ਹੋਵੇ, ਕੈਨੇਡਾ ਹੋਵੇ, ਇੰਡੀਆ ਹੋਵੇ, ਉਹਦੇ ਨਾਲ ਜੁੜੇ ਸੀਗੇ। ਮਗਰ ਜਦੋਂ ਇੱਕ ਵਾਰੀ ਅਰਨਬ ਨੇ ਇਹ ਉਸ ਦਿਨ ਕਿਹਾ ਕਿ ਅਸੀਂ ਹੁਣ ਆਸਟ੍ਰੇਲੀਆ ਗੱਲ ਕਰਦੇ ਹਾਂ, ਤੇ ਇੱਕ ਤਰ੍ਹਾਂ ਦਾ ਮੈਂ ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਲੋਕਾਂ ਨੇ ਜਦੋਂ ਤੁਹਾਡੀ ਵੀਡੀਓ ਦੇਖੀ ਹੈ ਤੇ ਆਪਣੇ ਆਪ ਨੂੰ ਲੱਗਾ ਕਿ ਹਾਂ ਵਾਕਈ ਵੀ ਸਾਡੀ ਵੀ ਨਾ ਇੱਕ ਤਰ੍ਹਾਂ ਹਾਜ਼ਰੀ ਲੱਗ ਗਈ ਹੈ, ਅਟੈਂਡੈਂਸ ਲੱਗ ਗਈ ਹੈ ਵੀ ਉਸ ਕੇਸ ਦੇ ਵਿੱਚ ਵੀ ਆਸਟ੍ਰੇਲੀਆ ਵਾਸੀ ਵੀ ਪੂਰੇ ਦੇ ਪੂਰੀ ਤਰ੍ਹਾਂ ਇਸ ਕੇਸ ਦੇ ਵਿੱਚ ਨਾਲ ਹੈਗੇ ਨੇ ਅਰਨਬ ਦੇ, ਤੇ ਉਹ ਇਸ ਦਾ ਰਿਜ਼ਲਟ ਜਾਂਦੇ ਨੇ। ਤੇ ਹੁਣ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਇਹ ਸਾਰੇ ਦਾ ਸਾਰਾ ਸਬੱਬ ਕਿੱਦਾਂ ਬਣਿਆ, ਵੀ ਤੁਹਾਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਕੰਟੈਕਟ ਕੀਤਾ ਜਾਂ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਜੁੜੇ? ਇਹ ਭਾਈ ਸਭ ਤੋਂ ਪਹਿਲਾਂ ਤੇ ਆਈ ਫੀਲ ਆਨਰਡ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਦੱਸੀ ਹੈ ਨਾ, ਮਤਲਬ ਐਂਡ ਆਈ ਫੀਲ ਆਨਰਡ ਫॉर द ਪੀਪਲ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ, ਇਸ ਲੈਵਲ ਤੱਕ ਇਸ ਪ੍ਰੋਜੈਕਟ ਨੂੰ ਲੈ ਕੇ ਆਏ ਆ। ਹੁਣ ਆਫ ਕੋਰਸ ਆਈ ਫੀਲ ਦੈਟ ਆਈ ਐਮ ਅ ਵੈਰੀ ਸਮਾਲ, ਬਹੁਤ ਜ਼ਿਆਦਾ ਸਮਾਲ ਪਾਰਟਿਸਿਪੈਂਟ ਆਫ ਦਿਸ ਕੈਂਪੇਨ ਆਫ ਕੋਰਸ। ਤੇ ਜਦੋਂ ਇਹ ਸ਼ੁਰੂ ਹੋਈ ਗੱਲ ਇਸ ਤਰੀਕੇ ਨਾਲ ਹੋਈ ਕਿ ਬਈ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਆਈ ਮਤਲਬ ਚੋਜ਼ ਟੂ ਬੀ ਕਿ ਬਈ ਮੈਂ ਚਲੋ ਮੈਂ ਆਪਣੇ ਵੱਲੋਂ ਕਿ ਜਿੰਨੇ ਮੇਰੇ ਐਕਸਪ੍ਰੈਸ ਹੋ ਗਏ ਵਿਊਜ਼ ਐਜ਼ ਅ ਪਾਰਟ ਆਫ ਕਲੈਕਟਿਵ ਮੈਲਬਰਨ ਆਸਟ੍ਰੇਲੀਆ ਦਾ, ਜਿੰਨਾ ਹੋ ਸਕਦਾ ਜੇ ਇੱਥੇ ਜਿਹੜੀ ਚੀਜ਼ ਇੱਥੇ ਹੋ ਰਹੀ ਹੈ, ਕੀ ਚੱਲ ਰਿਹਾ ਹੈ ਇਹਦੇ ਵਿੱਚ, ਤੇ ਮੈਂ ਉਹ ਸਾਰਾ ਕੁਝ ਦੱਸਣਾ ਚਾਹੁੰਦਾ ਸੀ ਕਿ ਬਈ ਜਿਹੜਾ ਉਹਨਾਂ ਨੇ ਮੇਰੇ ਤੋਂ ਪੁੱਛਿਆ ਐਗਜ਼ੈਕਟਲੀ। ਤੇ ਮੈਂ ਆਪਣੇ ਵੱਲੋਂ ਦੱਸਿਆ ਕਿ ਐਗਜ਼ੈਕਟਲੀ ਇੱਥੇ ਬਹੁਤ ਜ਼ਿਆਦਾ ਜੋਸ਼ ਆ। ਇੱਕ ਬੰਦੇ ਨੇ ਕੈਂਪੇਨ ਸ਼ੁਰੂ ਕੀਤਾ, ਸਾਰਿਆਂ ਨੇ ਉਹਨੂੰ ਫੋਲੋ ਕੀਤਾ, ਮਤਲਬ ਰੇਜ਼ ਕੀ ਕਹਿੰਦੇ ਉਹਨੂੰ ਫੰਡਸ ਰੇਜ਼ ਹੋਏ, ਤੇ ਉਸ ਤੋਂ ਬਾਅਦ ਬਿਲ ਬੋਰਡਿੰਗਸ ਵੀ ਅਪ ਗਏ, ਜਿਹਨੂੰ ਸਭ ਕੁਝ ਜਿਹੜਾ ਉਹਨਾਂ ਨੂੰ ਮਤਲਬ ਜੋ ਇਨਫੋਰਮੇਸ਼ਨ ਉਹਨੂੰ ਚਾਹੀਦੀ ਸੀ ਉਸ ਅਕੋਰਡਿੰਗ, ਜਿੰਨੀ ਮੈਨੂੰ ਨੌਲੇਜ ਸੀਗੀ ਮੈਂ ਅਕੋਰਡਿੰਗਲੀ ਸਾਰਾ ਕੁਝ ਐਗਜ਼ੈਕਟਲੀ ਆਈ ਥਿੰਕ 40 ਸੈਕਿੰਡ ਮੈਨੂੰ ਮਿਲੇ ਹੋਣੇ ਸ਼ਾਇਦ, ਜਾਂ ਫਿਰ ਗਿਣ ਕੇ, ਕਿਉਂਕਿ he talks a lot as well, he's an amazing
ਨਿਊਜ਼ ਮੀਡੀਆ ਪਰਸਨੈਲਿਟੀ ਤੇ ਮੈਨੂੰ ਜਿੰਨਾ ਉਹਨਾਂ ਨੇ ਮੌਕਾ ਦਿੱਤਾ ਮੈਂ ਸਾਰਾ ਕੁਝ ਆਪਣੇ ਵੱਲੋਂ ਜਿੰਨਾ ਕਿ ਕਹਿਣਾ ਚਾਹੀਦਾ ਸੀਗਾ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਮੈਂ ਆਪਣੇ ਵੱਲੋਂ ਰਿਪਰੈਜ਼ੈਂਟ ਕੀਤਾ ਸੀ ਕਮਿਊਨਿਟੀ ਨੂੰ। ਠੀਕ, ਤੇ ਵੈਸੇ ਜਿਵੇਂ ਹੁਣ ਤੁਹਾਡਾ ਇੱਕ ਵਿਅਕਤੀਗਤ ਤੌਰ ਤੇ ਵਿਚਾਰ ਜਾਣਾ ਇਸ ਸੁਸ਼ਾਂਤ ਸਿੰਘ ਦੇ ਕੇਸ ਦੇ ਉੱਤੇ, ਕਿ ਤੁਹਾਡਾ ਆਪਣਾ, ਤੁਹਾਨੂੰ ਕੀ ਲੱਗਦਾ ਸਾਰੇ ਦਾ ਸਾਰਾ ਤੁਸੀਂ ਪਿਕਚਰ ਦੇਖ ਚੁੱਕੇ ਹੋ ਆਲਰੇਡੀ, ਤੁਸੀਂ ਉਹਨਾਂ ਨੂੰ ਜੁਆਇਨ ਵੀ ਕਰ ਚੁੱਕੇ ਹੋ, ਕੀ ਲੱਗਦਾ ਤੁਹਾਡਾ ਆਪਣਾ, ਤੁਹਾਨੂੰ ਕੀ ਲੱਗਦਾ ਇਹਦਾ? ਇਹ ਸਭ ਤੋਂ ਪਹਿਲੀ ਗੱਲ ਤੇ which is a very good thing ਕਿ after all this campaign, after everyone's effort, CBI ਨੂੰ ਕੇਸ ਜਿਹੜਾ ਹੈ ਉਹ ਚੱਲ ਗਿਆ ਵਾ, CBI ਨੇ ਹੁਣ ਉਸ ਤੇ ਕੰਮ ਸ਼ੁਰੂ ਕਰਤਾ ਵਾ, ਤੇ ਇਹ ਬਹੁਤ ਵੱਡੀ ਵਿਨ ਹੈ ਆਪਣੇ ਆਪ ਦੇ ਵਿੱਚ। ਹੁਣ ਇਹ 'ਚ ਮੈਂ ਜੇ ਕਹਾਂ ਕਿ ਬਈ I can decide who is wrong, who is right, ਮਰਡਰ ਹੋਇਆ ਹੈ ਨਹੀਂ ਹੋਇਆ ਹੈ, I am nobody to say ਕਿ ਬਈ ਜਸਟਿਸ ਕੀ ਹੈ ਕੀ ਨਹੀਂ ਹੈ। ਇੱਕ ਬੰਦੇ ਦੇ ਅੰਦਰ ਫੀਲਿੰਗ ਹੁੰਦੀ ਹੈ ਨਾ, ਸਾਨੂੰ ਜਿਸ ਤਰ੍ਹਾਂ ਅਸੀਂ ਜਦ ਕਿਸੇ ਨਾਲ ਗੱਲ ਕਰੀਏ ਉਹ ਆਪਣਾ ਇੱਕ ਓਪੀਨੀਅਨ ਦੱਸਦਾ ਹੈ ਕਿ ਨਹੀਂ ਯਾਰ ਇਹੋ ਜਿਹਾ ਹੀਰੋ ਇੰਨਾ ਜਿਹੜਾ ਲਗਾਤਾਰ ਉੱਪਰ ਜਾ ਰਿਹਾ ਹੋਵੇ ਉਹ ਕਿੱਦਾਂ ਸੁਸਾਈਡ ਕਰ ਸਕਦਾ, ਇਹੋ ਜਿਹੀ ਜੋ ਤੁਹਾਡੀ ਮੈਂ ਵਿਅਕਤੀਗਤ ਤੁਹਾਡਾ ਵਿਚਾਰ ਜਾਣਨ ਦੀ ਕੋਸ਼ਿਸ਼। ਬਿਲਕੁਲ, ਮੈਂ ਇਹੀ ਗੱਲ ਉੱਤੇ ਵੀ ਕੀਤੀ ਸੀਗੀ ਕਿ ਬਈ ਇਹ ਜਿਹੜਾ ਚੀਜ਼ ਹੋਈ ਹੈ ਉਹ ਗਲਤ ਹੋਈ ਹੈ, ਕਿਉਂਕਿ ਸੁਸ਼ਾਂਤ ਸਿੰਘ ਰਾਜਪੂਤ ਜਿਹੜਾ ਉਹ ਇੱਕ ਕੇਸ ਹੈ ਸਿਮਿਲਰ। ਮੈਂ ਇਹ ਸਿਰਫ ਸਮਝਦਾ ਕਿ ਬਈ ਪੂਰਾ ਜਿਹੜਾ ਵੇਵ ਹੈ ਉਹਦੇ ਲਈ ਆ, ਪਰ ਇਹ ਤੋਂ ਪਹਿਲਾਂ ਉਹਦੇ ਮੋਮ ਜੀਆ ਖਾਨ ਦੇ ਮੋਮ ਵੀ ਉੱਥੇ ਸੀਗੇ ਜਿਹੜੇ ਆਈ ਥਿੰਕ ਕੁਝ ਸਾਲਾਂ ਪਹਿਲੇ, ਮਤਲਬ ਨੋਟ ਸ਼ੋਰ ਐਗਜ਼ੈਕਟਲੀ ਕਿੰਨੇ ਸਾਲ ਪਹਿਲਾਂ, ਉਹ ਅੱਜ ਤੱਕ ਇੰਨਾ ਜ਼ਿਆਦਾ ਨਹੀਂ ਬਣ ਪਾਇਆ ਕਿਉਂਕਿ ਸ਼ੀ ਵਾਜ਼ ਨਾਟ ਅ ਵੈਰੀ ਬਿਗ ਐਕਟਰ, ਸ਼ੀ ਵਾਜ਼ ਔਨ ਸਟਿਲ ਮਤਲਬ ਸਪੋਰਟਿੰਗ ਐਕਟਰ ਹੈ ਨਾ। ਤੇ ਇਹ ਹੁੰਦਾ ਆ ਰਿਹਾ ਬਾਲੀਵੁੱਡ ਦੇ ਵਿੱਚ, ਤੇ ਮੈਂ ਵੀ ਇੱਕ ਐਕਟਰ ਸਿੰਗਰ ਜਿਹੜਾ ਮੈਲਬਨ ਦੇ ਵਿੱਚ ਆਪਣੇ ਵੱਲੋਂ ਜਿੰਨਾ ਹੋ ਸਕੇ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰਦਾ ਲੋਕਾਂ ਨੂੰ, ਹੈ ਨਾ। ਲੋਕੀ ਮੈਨੂੰ ਜਾਣਦੇ ਆ ਜਿਸ ਹਿਸਾਬ ਨਾਲ, ਇਹ ਸਾਰਿਆਂ ਲਈ ਮਤਲਬ ਐਜ਼ ਅ ਕਮਿਊਨਿਟੀ ਲਈ ਬਹੁਤ ਬੁਰੀ ਨਿਊਜ਼ ਆ, ਕਿਉਂਕਿ ਇਹਦੇ ਥਰੂ ਅਸੀਂ ਵਰਲਡ ਵਾਈਡ ਜਾਣੇ ਜਾਂਦੇ ਹਾਂ, ਬਾਲੀਵੁੱਡ ਦੇ ਥਰੂ ਅਸੀਂ ਵਰਲਡ ਵਾਈਡ ਜਾਣੇ ਜਾਂਦੇ ਹਾਂ। ਪਰ ਆਈ ਪਰਸਨਲੀ ਫੀਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹਾਂ ਬਹੁਤ ਗਲਤ ਹੋਇਆ ਹੈ, ਨੋ ਡਾਊਟ, ਐਂਡ ਲੋਕਾਂ ਨੇ ਜਿਨ੍ਹਾਂ ਨੇ ਕੀਤਾ ਹੈ, ਜਿਹੜੇ ਲੋਕੀ ਮਿਲ ਕੇ ਉਹਦੇ ਅਗੇਂਸਟ ਖੜ ਗਏ ਸੀ, ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਹੋਣਾ, there are a lot of proofs that has been shared by Republic TV, ਤੇ ਗਲਤ ਤੇ ਬਹੁਤ ਜ਼ਿਆਦਾ ਹੋਇਆ ਹੈ ਐਂਡ ਇਹਦੀ ਜਸਟਿਸ ਰਿਕੁਆਇਰਡ ਸੀਗਾ, ਤੇ ਬਹੁਤ ਸਹੀ ਵੱਲ ਜਾ ਰਿਹਾ, ਸਹੀ ਰਸਤੇ ਵੱਲ ਜਾ ਰਿਹਾ। ਤੇ ਜੇ ਮੈਂ ਹੁਣ ਥੋੜਾ ਜਿਹਾ ਇਹਦੇ ਨੂੰ ਹੋਰ ਵਧਾਵਾਂ, ਜਿਸ ਤਰੀਕੇ ਨਾਲ ਅਰਨਬ ਨੇ ਜੋੜਿਆ ਇਸ ਕੇਸ ਨੂੰ, ਉਸ ਦੀ ਸੁਸ਼ਾਂਤ ਦੀ ਜਿਹੜੀ ਮੈਨੇਜਰ 4-5 ਦਿਨ ਪਹਿਲੇ ਜਿਹਦਾ ਉਹ ਵੀ ਪਤਾ ਨਹੀਂ ਮਰਡਰ ਹੋਇਆ ਕਿ ਸੁਸਾਈਡ ਦਾ ਕੇਸ ਕੀਤਾ ਗਿਆ, ਅਰਨਬ ਨੇ ਉਹਦੇ ਨਾਲ ਜੋੜ ਕੇ ਉਹਨੂੰ ਵੇਖਦਾ ਪਿਆ, ਤੇ ਤੁਹਾਨੂੰ ਲੱਗਦਾ ਪਿਆ ਕਿ ਵਾਕਈ ਉਹ ਬਿਲਕੁਲ ਸਹੀ ਟਰੈਕ ਦੇ ਉੱਤੇ ਹੀ? ਉਹੀ ਗੱਲ ਕਿ ਜਿਹੜੀ ਚੀਜ਼ਾਂ ਸਬੂਤ ਹੁੰਦੀਆਂ, ਮੀਡੀਆ ਜਿਹੜਾ ਇੱਕ ਜ਼ਰੀਆ ਹੁੰਦਾ ਹੈ ਉਹ ਚੀਜ਼ਾਂ ਜਿਹੜੀ ਸਾਹਮਣੇ ਆ ਰਹੀਆਂ ਉਹਨਾਂ ਨੂੰ ਦਿਖਾਉਣ ਦਾ, ਪਰ ਮੀਡੀਆ ਜਿਹੜਾ ਹੈ ਉਹੀ ਗੱਲ ਹੈ ਕਿ ਵੀ ਸਹੀ ਹੈ ਜਾਂ ਗਲਤ ਹੈ, ਉਹ ਚੀਜ਼ ਨਾ ਰਿਪਬਲਿਕ ਹੋ ਸਕਦਾ ਹੈ, ਨਾ ਆਪਾਂ ਹੋ ਸਕਦੇ, ਨਾ ਮੈਂ ਹੋ ਸਕਦਾ ਵਾਂ, ਉਹਦਾ ਤੇ ਜਾਂਚ ਕਰਨ ਵਾਲੇ CBI ਵਾਲੇ ਕਿ ਬਈ ਉਹ ਸਹੀ ਫੈਕਟਸ ਵੀ ਹੈ ਕਿ ਨਹੀਂ ਹੈ। ਸੇਮ ਤਰੀਕੇ ਨਾਲ ਮੈਂ ਪਰਸਨਲੀ ਸੋਚਦਾ ਕਿ ਉਹ ਜਿਹੜਾ ਕੰਮ ਕਰ ਰਿਹਾ ਬਹੁਤ ਅਮੇਜ਼ਿੰਗ ਕੰਮ ਕਰ ਰਿਹਾ। ਮੈਂ ਆਪਣੀ ਸਪੀਚ ਦੇ ਵਿੱਚ ਉਹਨੂੰ ਥੈਂਕ ਯੂ ਵੀ ਕੀਤਾ ਸੀਗਾ, ਈਵਨ ਦੋ ਇਟ ਵਾਜ਼ ਓਨਲੀ 40-50 ਸੈਕਿੰਡਸ ਜਿਹਨੂੰ ਮੈਂ ਕਿਹਾ, ਪਰ ਉਹਨਾਂ ਨੂੰ ਥੈਂਕ ਯੂ ਕੀਤਾ ਕਿਉਂਕਿ ਉਹੀ ਸਿਰਫ ਇੱਕ ਅਕੇਲੀ ਟੀਮ ਸੀਗੀ ਜਿਨ੍ਹਾਂ ਨੇ ਇਸ ਕੈਂਪੇਨ ਨੂੰ ਚਲਾਏ ਰੱਖਿਆ, ਉਹਦੇ ਕਰਕੇ ਪੂਰੇ ਵਰਲਡ ਵਾਈਡ ਇਹਦੇ ਵਿੱਚ ਬਹੁਤ ਜ਼ਿਆਦਾ ਗਰਮੀ ਆਈ ਸੀ ਇਸ ਟੌਪਿਕ ਦੇ ਵਿੱਚ। ਠੀਕ, ਤੇ ਇੱਕ ਚੀਜ਼ ਹੁਣ ਜਿਹੜੀ ਹੈਗੀ ਹੈ ਤੁਹਾਡੇ ਇਸ 2-3 ਦਿਨਾਂ ਦੇ ਪਹਿਲੇ ਜਦੋਂ ਤੁਸੀਂ ਉਹਦੇ ਨਾਲ ਹੋਏ ਹੋ, ਤੇ ਉਹਦੇ ਤੋਂ ਬਾਅਦ ਹੁਣ ਇਸ ਸ਼ਹਿਰ ਦੇ ਮੈਲਬਨ ਦੇ ਵਿੱਚ ਕੁਝ ਪੋਸਟ ਹੈਗੀਆਂ ਉਹ ਤੁਹਾਡਾ ਨਾਮ ਲੈ ਕੇ ਪੈ ਰਹੀਆਂ ਨੇ, ਇਹ ਵਿਵਾਦ ਕੀ ਹੈਗਾ? ਥੋੜਾ ਜਿਹਾ ਇਹ ਐਕਸਪਲੇਨ ਕਰੋਗੇ ਕਿ ਇਹ ਵਿਵਾਦ ਕਿੱਥੋਂ ਸ਼ੁਰੂ ਹੋਇਆ ਤੇ ਕੀ ਗਲਤਫਹਿਮੀ ਤੁਹਾਡੇ ਵਿੱਚ ਹੈ ਜਾਂ ਅਗਲਿਆਂ ਦੇ ਵਿੱਚ ਹੈ? ਇਹ ਡਾਇਰੈਕਟਲੀ ਤੁਹਾਡਾ ਨਾਮ ਲੈ ਕੇ ਇਹ ਕੀ ਹੋ ਰਿਹਾ ਹੈ? ਬਈ ਇੱਕ ਤੇ ਆਈ ਥਿੰਕ ਮੈਨੂੰ ਇਹੀ ਗੱਲ ਅੱਜ ਤੱਕ ਨਹੀਂ ਸਮਝ ਲੱਗੀ ਕਿ ਬਈ ਤੁਸੀਂ ਜਿੱਦਾਂ ਹੁਣ ਮੈਂ ਸੀਗਾ, ਜਦੋਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਉਹਨਾਂ ਨੇ ਮੇਰੇ ਤੋਂ ਨਹੀਂ ਪੁੱਛਿਆ ਕਿ ਕਿੰਨੇ ਕੈਂਪੇਨ ਸਟਾਰਟ ਕੀਤਾ, ਮਤਲਬ ਉਹਨਾਂ ਨੇ ਮੇਰੇ ਤੋਂ ਨਹੀਂ ਪੁੱਛਿਆ ਕਿ ਬਈ ਕੌਣ ਇਨਵੋਲਵ ਸੀਗਾ, ਉਹਨਾਂ ਨੇ ਮੇਰੇ ਤੋਂ ਪੁੱਛਿਆ ਮੈਲਬਨ 'ਚ ਕੀ ਹੋ ਰਿਹਾ ਵਾ। ਹੁਣ ਐਜ਼ ਅ ਰਿਸਪੈਕਟੇਬਲ ਮੈਂਬਰ ਆਫ ਦ ਸੋਸਾਇਟੀ ਵੀ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਵੀ ਜਿੰਨਾ ਕਿ ਮੇਰੀ ਨੌਲੇਜ ਹੈਗੀ ਹੈ, ਇੱਕ ਬੰਦੇ ਨੇ ਸ਼ੁਰੂ ਕੀਤਾ, ਇਸ ਕਰਕੇ ਮੈਂ ਕਿਸੇ ਦਾ ਨਾਮ ਨਹੀਂ ਲਿਆ। ਪਰ ਹੁਣ ਕੀ ਆਇਆ ਕਿ ਕਿਉਂਕਿ ਮੈਂ ਨੈਸ਼ਨਲ TV ਤੇ ਦਿਖ ਗਿਆ ਵਾਂ, ਮੈਨੂੰ 에ਅਰ ਟਾਈਮ ਜਿਹਨੂੰ ਕਹਿੰਦੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਹ ਮਿਲਿਆ ਵਾ, ਤੇ ਉਸ ਕਰਕੇ ਸ਼ਾਇਦ ਕੁਝ ਲੋਕ ਨੂੰ ਨਹੀਂ ਪਸੰਦ ਆਇਆ, ਮੇਬੀ ਉਹਨਾਂ ਨੂੰ ਲੱਗਿਆ ਕਿ ਆਈ ਵਾਜ਼ ਨਾਟ ਦੀ ਪਰਸਨ ਦੈਟ ਸ਼ੁਡ ਹੈਵ ਬੀਨ ਦੇਅਰ, ਕਿ ਬਈ ਮੈਂ ਰਿਪਰੈਜ਼ੈਂਟ ਕਿੱਦਾਂ ਕਰ ਸਕਦਾ ਮੈਲਬਨ ਨੂੰ ਜਾਂ ਆਸਟ੍ਰੇਲੀਆ ਨੂੰ। ਪਰ ਮੈਂ ਉਸੇ ਚੀਜ਼ ਨੂੰ ਕੰਡੈਮ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਬਈ ਇਟਸ ਨਾਟ ਸਮਥਿੰਗ ਦੈਟ ਆਈ ਹੈਵ ਚੋਜ਼ਨ, ਕਿ ਬਈ ਮੈਂ ਉੱਥੇ ਜਾਣ ਲਈ ਕੋਈ ਇੱਥੇ ਹਾਜ਼ਰੀ। ਤੁਹਾਨੂੰ ਕੰਟੈਕਟ ਕੀਤਾ, ਮਤਲਬ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ, ਉਹਨਾਂ ਨੇ ਤੁਹਾਨੂੰ, ਤੇ ਉਹਨਾਂ ਨੇ ਕਿਸ ਤਰੀਕੇ ਨਾਲ ਤੁਹਾਨੂੰ ਕੰਟੈਕਟ ਕੀਤਾ? ਬਈ ਸੇਮ ਤਰੀਕੇ ਨਾਲ ਜਿੱਦਾਂ ਮੇਰੀ ਪਬਲਿਕ ਪ੍ਰੋਫਾਈਲ ਦੇ ਵਿੱਚ ਹੁਣ ਜਿੱਦਾਂ ਜੇ ਤੁਸੀਂ ਗੱਲ ਕਰੋ ਨਾ ਜਿੱਥੇ ਲੋਕਾਂ ਨੇ ਮੇਰਾ ਨਾਂ ਲਿੱਤਾ ਵਾ, ਪਰ ਉਸੀ ਅਗਰ ਤੁਸੀਂ ਜਿੱਥੇ ਮੇਰਾ ਨਾਂ ਲਿੱਤਾ ਗਿਆ ਵਾ ਉਹਨੂੰ ਫੋਲੋ ਕਰੋਗੇ
ਤੇ ਉੱਥੇ ਕਈ ਲੋਕਾਂ ਨੇ ਮੇਰੇ ਨੰਬਰ ਵੀ ਸ਼ੇਅਰ ਕੀਤਾ, ਮੇਰੇ ਆਫਿਸ ਦਾ ਐਡਰੈਸ ਵੀ ਸ਼ੇਅਰ ਕੀਤਾ ਹੋਇਆ, ਮੇਰੀ ਈਮੇਲ ਸ਼ੇਅਰ ਕੀਤੀ, ਮੇਰੀ ਕੰਪਨੀ ਦੇ ਲੋਗੋਜ਼ ਵੀ ਸ਼ੇਅਰ ਕੀਤੇ ਹੋਏ, ਠੀਕ ਹੈ। ਈਵਨ ਇਹਨਾਂ ਦਾ ਕਹਿਤਾ ਕਿ ਵੀ ਮੈਂ ਵੇਟ ਕਰ ਰਿਹਾ ਹੁਣ ਇਹਦਾ ਨੈਕਸਟ ਇਵੈਂਟ ਕਦੋਂ ਆਊਗਾ, ਮਤਲਬ ਇਹਨਾਂ ਹੀਟਰੇਡ ਮੂਵਮੈਂਟ ਦੇ ਵਿੱਚ। ਤੇ ਮੈਂ ਇਹੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਵੀ ਜੇ ਸਿਮਿਲਰਲੀ ਦੇ ਸ਼ੁਡ ਹੈਵ ਬੀਨ ਕੰਟੈਕਟਡ, ਆਈ ਵਾਸ ਨੋਬਡੀ ਮੇਬੀ, ਹੈ ਨਾ, ਪਰ ਤੁਸੀਂ ਹੁਣ ਮੇਰਾ ਨੰਬਰ ਪਬਲਿਕਲੀ ਉਹਨੂੰ ਹਰ ਜਗ੍ਹਾ ਪਾ ਰਹੇ ਹੋ ਦਿਖਾਉਣ ਲਈ ਲੋਕਾਂ ਨੂੰ ਕਿ ਵੀ ਇਹ ਬੰਦਾ ਵਾ, ਦਿਸ ਇਜ਼ ਦਾ ਪਰਸਨ, ਕਿਉਂਕਿ ਮੇਰੀ ਪ੍ਰੋਫਾਈਲ ਜਿਹੜੀ ਹੈ ਐਜ਼ ਐਨ ਐਕਟਰ, ਐਜ਼ ਅ ਸਿੰਗਰ, ਐਜ਼ ਐਨ ਐਂਟਰਪ੍ਰੈਨਰ, ਇਟਸ ਐਨ ਓਪਨ ਪ੍ਰੋਫਾਈਲ, ਠੀਕ ਹੈ। ਮੇਰੇ ਕੋਲ ਕੁਝ ਲੁਕਾਉਣ ਲਈ ਹੈ ਨਹੀਂਗਾ, ਆਈ ਡੋਂਟ ਵਾਂਟ ਟੂ ਹਾਈਡ ਐਨੀਥਿੰਗ ਫਰਮ ਦਾ ਪਬਲਿਕ। ਇੱਕ ਫੋਨ ਹੈ ਮੇਰੇ ਕੋਲ 2-3 ਫੋਨ ਨਹੀਂ ਹੈਗੇ, ਕੋਈ ਲੈਂਡਲਾਈਨ ਨਹੀਂ ਹੈਗੀ, ਐਂਡ ਐਵਰੀਬਡੀ ਦੈਟ ਕਾਲਸ ਆਈ ਆਨਸਰ ਐਵਰੀ ਕਾਲ। ਅੱਜ ਤੱਕ ਨਾ ਮੈਂ ਕਿਸੇ ਕੁਝ ਗਲਤ ਕੰਮ ਦੇ ਵਿੱਚ ਪਿਆ, ਨਾ ਮੈਂ ਪੈਣਾ ਚਾਹੁੰਦਾ ਵਾਂ, ਕਿਉਂਕਿ ਮੇਰੀ ਇੱਕ ਕਲੀਨ ਇਮੇਜ ਇਸ ਕਰਕੇ ਹੀ ਹੈ ਕਿਉਂਕਿ ਮੈਂ ਇੱਕ ਰਿਪਰੈਜ਼ੈਂਟ ਕਰਦਾ ਸੁਸਾਇਟੀ ਨੂੰ ਜਿਹੜੀ ਇੱਥੇ ਐਗਜ਼ਿਸਟ ਕਰਦੀ ਹੈ। ਤੁਹਾਨੂੰ ਕੋਲ ਜਿਸ ਦਿਨ ਤੁਸੀਂ ਆਉਣੇ, ਜਿਸ ਦਿਨ ਉਹਨਾਂ ਨੇ ਤੁਹਾਨੂੰ ਇੰਟਰਵਿਊ ਲਿੱਤੀ, ਉਸ ਤੋਂ ਕਿੰਨੇ ਦਿਨ ਪਹਿਲੇ ਤੁਹਾਨੂੰ ਕਾਲ ਆਈ? ਤੁਹਾਡੇ ਕੋਲ ਕੋਈ ਟਾਈਮ ਸੀਗਾ ਕਿ ਜਿਨ੍ਹਾਂ ਨੇ ਇੱਥੇ ਕੈਂਪੇਨ ਚਲਾਈ ਉਹਨਾਂ ਨਾਲ ਕੰਟੈਕਟ ਕਰੋ ਕਿ ਮੈਨੂੰ ਕਾਲ ਆਈ ਹੈ ਕਿ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਮੈਂ ਜਾਣਾ ਚਾਹੁੰਦੇ, ਕੋਈ ਏਦਾਂ ਦੀ ਗੱਲਬਾਤ ਹੋਈ? ਨਹੀਂ ਭਾਜੀ, ਜੇ ਹੁੰਦੀ ਤੇ ਐਂਡ ਮੈਂ ਵੀ ਇੱਕ ਤਰਫ ਸੋਚ ਰਿਹਾ ਸੀ ਕਿ ਆਈ ਸ਼ੁਡ ਕੰਟੈਕਟ, ਬਿਕੋਜ਼ ਮੈਂ ਚਾਹੁੰਦਾ ਸੀ ਜਿਨ੍ਹਾਂ ਦੇ ਥਰੂ ਮੈਨੂੰ ਇਹ ਐਵੀਡੈਂਸ ਮਿਲੇ ਸੀ ਕਿ ਬਿਲਬੋਰਡਸ ਲੱਗ ਗਏ ਹੈ, ਉਹਨਾਂ ਦੀ ਹੀ ਪੋਸਟ ਮੈਂ ਸਾਰੇ ਕਿਤੇ ਸ਼ੇਅਰ ਕੀਤੀ ਸੀ ਤੇ ਉਹਨਾਂ ਨੂੰ ਮੈਂ ਕੰਟੈਕਟ ਕਰਨਾ ਚਾਹੁੰਦਾ ਸੀ ਕਿਉਂਕਿ ਆਈ ਨਿਊ ਉਹ ਦੈਟ ਪਰਸਨ ਵਾਸ ਵੈਰੀ ਐਕਟਿਵਲੀ ਇਨਵੋਲਵਡ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਕ ਉਹੀ ਵਾਲੀ ਗੱਲ ਹੋ ਜਾਂਦੀ ਕਿ ਮੈਨੂੰ ਨਹੀਂ ਪਤਾ ਕਿ ਸਿਰਫ ਉਹੀ ਹੈ ਕਿ ਹੋਰ ਵੀ ਕਿੰਨੇ ਜਣੇ ਹੈ। ਹੁਣ ਮੈਂ ਕਿਉਂ ਕਿਸੇ ਇੱਕ ਦਾ ਨਾਂ ਲੈ ਕੇ ਜਾਂ 2 ਜਣਿਆਂ ਦਾ ਜਾਂ 3 ਜਣਿਆਂ ਦਾ ਨਾਂ ਲੈ ਕੇ, ਬਾਕੀ ਜਿਹੜੇ ਐਕਚੁਅਲ ਚ ਪੂਰੀ ਕਮਿਊਨਿਟੀ ਜਿਹੜੀ ਹੈ, ਔਰ ਮੈਨੂੰ ਪਤਾ ਹੈ ਭਾਈ 90% ਲੋਕ ਜਿਹੜੇ ਆ ਉਹ ਇਸ ਚੀਜ਼ ਦੇ ਔਰ ਇਸ ਜਸਟਿਸ ਨੂੰ ਸੀਕ ਕਰ ਰਹੇ, ਮਤਲਬ ਇਹ ਨਹੀਂ ਹੈ ਕਿ ਸਿਰਫ ਕੁਝ ਲੋਕੀ ਜਿਹੜੇ ਚਾਹ ਰਹੇ ਕਿ ਵੀ ਦੇ ਸ਼ੁਡ ਹੈਵ ਬੀਨ ਦੇਅਰ ਔਨ ਦ ਟੀਵੀ। ਮੇਨ ਟਾਰਗੇਟ ਤੇ ਇਹੋ ਹੀ ਹੈਗਾ ਵੀ ਸੁਸ਼ਾਂਤ ਸਿੰਘ ਦੇ ਕੇਸ ਦਾ ਕੋਈ ਰਿਜ਼ਲਟ ਪੋਜ਼ਿਟਿਵਲੀ ਨਿਕਲੇ, ਜਿਹੜਾ ਕਿ ਬਾਕੀ ਜੋ ਐਕਚੁਅਲ ਹੋਵੇ ਉਹ ਨਿਕਲਣਾ ਚਾਹੀਦਾ। ਹੁਣ ਮੇਰਾ ਕੁਐਸਚਨ ਇਹ ਹੈਗਾ ਵੀ ਉਹਨਾਂ ਨੇ ਕਿਸ ਟਾਈਮ ਤੇ ਤੁਹਾਨੂੰ ਕੰਟੈਕਟ ਕੀਤਾ? ਤੁਹਾਡੇ ਕੋਲ ਕੀ ਇਨਫ ਟਾਈਮ ਹੈਗਾ ਸੀ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੰਟੈਕਟ ਕਰ ਪਾਉਂਦੇ ਜਿਨ੍ਹਾਂ ਨੇ ਇਹ ਸਭ ਤੋਂ ਪਹਿਲੇ ਪੋਸਟ ਪਾਈਆਂ ਸਨ, ਜਿਹੜਾ ਕਿ ਇਹ ਬਿੱਲ ਬੋਰਡਸ ਵਗੈਰਾ ਲਗਾਏ ਗਏ ਸੀ ਆਊਟਸਾਈਡ? ਭਾਜੀ ਅਰਾਊਂਡ 2:15 ਦੇ ਆਸ-ਪਾਸ ਉਹਨਾਂ ਨੇ ਮੈਨੂੰ ਕੀਤਾ WhatsApp ਤੇ। ਕਿਹੜੇ ਸੀ ਇੱਕ ਵਾਰੀ ਕਨਫਰਮ? ਮਤਲਬ 2:15 AM in the morning। ਅੱਛਾ ਜੀ। ਕਿਉਂਕਿ ਸੀ ਜਿਹੜਾ ਐਕਚੁਅਲ ਜਿਹੜਾ ਸ਼ੋਅ ਹੈ ਨਾ, ਜਿਹੜਾ ਅਰਨਬ ਦਾ ਸ਼ੋਅ ਸੀਗਾ, ਉਹਨੂੰ ਕਹਿੰਦੇ ਡਿਬੇਟ। ਦ ਡਿਬੇਟ ਐਕਚੁਅਲੀ ਗੋਜ਼ ਲਾਈਵ ਜਿਹੜੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਰਾਤੀ 10 ਵਜੇ ਜਾਂਦਾ ਤੇ ਉਹ ਇੱਥੇ 2:30 ਵਜੇ ਸ਼ੁਰੂ ਹੁੰਦਾ। ਤੇ 2:15 ਮੈਨੂੰ ਇਹ ਕਾਲ ਆਈ ਹੈ ਕਿ ਬਈ ਸਾਨੂੰ ਪਤਾ ਲੱਗਿਆ ਕਿ ਤੁਸੀਂ ਸ਼ੇਅਰ ਕੀਤੀ ਹੈ ਇਹ ਕੈਂਪੇਨ ਕਿ ਬਈ ਤੁਸੀਂ ਯੂ ਆਰ ਵਨ ਆਫ ਦ ਪੀਪਲ ਤੇ ਸਾਨੂੰ ਚਾਹੀਦਾ ਵਾ ਕਿ ਤੁਸੀਂ ਇਹ ਦੱਸ ਸਕੋ ਕੀ ਹੋਇਆ ਇੱਥੇ। ਤੇ ਮੈਂ ਉਹਨਾਂ ਨੂੰ ਕਿਹਾ ਕਿ ਦੈਟਸ ਪਰਫੈਕਟਲੀ ਫਾਈਨ, ਠੀਕ ਹੈ। ਮੈਂ ਪਹਿਲਾਂ ਵੀ, ਇਟਸ ਨਾਟ ਮਾਈ ਫਰਸਟ ਇੰਟਰਵਿਊ, ਮੈਂ ਪਹਿਲਾਂ ਵੀ ਟਾਈਮਜ਼ ਨਾਓ ਦੇ ਵੀ ਇੰਟਰਵਿਊ ਦੇ ਚੁੱਕਿਆ 2010 ਦੇ ਵਿੱਚ, ਜਦੋਂ ਆਪਣਾ ਟੈਕਸੀ ਵਾਲਾ ਵਿਵਾਦ ਹੋਇਆ ਸੀਗਾ ਇੱਥੇ। ਤੇ ਮੈਂ ਸ਼ੁਰੂ ਤੋਂ ਆਪਣੀ ਵੋਕਲ, ਮਤਲਬ ਜਿਹੜੀ ਵੀ ਕਮਿਊਨਿਟੀ ਦੇ ਵਿੱਚ ਕੁਝ ਗਲਤ ਹੋ ਰਿਹਾ, ਸਹੀ ਹੋ ਰਿਹਾ, ਉਹਦਾ ਵੋਕਲ ਰਿਹਾ ਉਸ ਚੀਜ਼ ਲਈ। ਠੀਕ ਹੈ। ਤੇ 2:15 ਵਜੇ ਤੁਹਾਨੂੰ ਕਾਲ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਕਿੰਨੇ ਵਜੇ ਲਿੱਤਾ? ਭਾਈ 2:15 ਤੋਂ ਬਾਅਦ ਐਗਜ਼ੈਕਟਲੀ 2:30 ਵਜੇ ਮੈਨੂੰ ਮਹਾਰਾਸ਼ਟਰ ਦੇ ਇੱਕ ਨੰਬਰ ਤੋਂ, ਲੈਂਡਲਾਈਨ ਨੰਬਰ ਤੋਂ ਕਾਲ ਆਈ ਹੈ, ਠੀਕ ਹੈ। ਤੇ ਦੇ ਹੈਵ ਟੇਕਨ ਮੀ ਮਤਲਬ ਲਾਈਵ ਔਨ ਅ ਫੋਨ ਕਾਲ ਐਂਡ ਸਕਾਈਪ ਦੇ ਵਿੱਚ ਵੀਡੀਓ ਗਈ ਹੈ, ਉਹਦੀ ਸਾਰੀ ਕਾਲ ਲੌਗ ਮੈਂ ਸ਼ਾਇਦ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਆਲਰੇਡੀ, ਤੇ ਤੁਸੀਂ ਦਿਖਾ ਵੀ ਸਕਦੇ ਹੋ ਇਫ ਯੂ ਵਾਂਟ ਟੂ। ਮਤਲਬ ਇਟਸ ਨਾਟ ਸਮਥਿੰਗ ਟੂ ਹਾਈਡ। ਮੈਂ ਈਵਨ ਜਿਹੜੇ ਕਿ ਆਰਗੇਨਾਈਜ਼ਰ ਸੀਗੇ, ਜਿਹੜੇ ਪਾਰਟ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, ਜਿਨ੍ਹਾਂ ਦਾ ਕੈਂਪੇਨ ਮੈਂ ਸ਼ੇਅਰ ਕੀਤਾ ਸੀਗਾ ਮੇਨਲੀ, ਉਹਨਾਂ ਨਾਲ ਵੀ ਮੈਂ ਸ਼ੇਅਰ ਕਰ ਚੁੱਕਿਆ ਇਹ ਸਾਰੀ ਗੱਲ ਤੇ ਫੋਨ ਕਾਲ ਰਿਕਾਰਡਸ ਆਪਣੀ, ਕਿ ਐਗਜ਼ੈਕਟਲੀ ਕਿ ਕਿਸ ਟਾਈਮ ਕਿਹੜੀ ਕਾਲ ਮੈਨੂੰ ਕਿੰਨੇ ਵਜੇ ਆਈ ਆ। ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਨੋਟਿਸ ਕੀਤੀ ਹੋਣੀ ਜਦੋਂ ਵੀਡੀਓ ਵੇਖ ਕੇ, ਕਿ ਮੇਰੀ ਜਿਹੜੀ ਵਰਲਡ ਵਾਈਡ ਕੈਂਪੇਨ ਦੇ ਅਕੋਰਡਿੰਗ ਮੇਰਾ ਜਿਹੜਾ ਨੰਬਰ ਸੀਗਾ ਸਭ ਤੋਂ ਐਂਡ ਵਿੱਚ ਆਇਆ ਸੀਗਾ। ਮੇਰੇ ਬਾਅਦ ਉਹ ਕਨਵਰਸੇਸ਼ਨ ਬੰਦ ਹੋ ਗਈ ਸੀ ਜਦੋਂ ਐਕਚੁਅਲ ਚ ਉਹ ਡਿਬੇਟ ਵਾਲਾ ਸ਼ੁਰੂ ਹੋਇਆ ਸੀਗਾ ਚੈਪਟਰ, ਉਹ ਚ ਮੈਂ ਕਿਤੇ ਦਿਖਾਈ ਨਹੀਂ ਦੂੰਗਾ ਤੁਹਾਨੂੰ ਸਟਾਰਟਿੰਗ ਦੇ ਵਿੱਚ, ਕਿਉਂਕਿ ਮੈਨੂੰ ਬਹੁਤ ਲਾਸਟ ਮਿੰਟ ਦੇ ਵਿੱਚ ਉਹਨਾਂ ਨੇ ਇਹ ਚ ਐਂਟਰ ਕਰਾਇਆ ਸੀਗਾ ਬੇਸਿਕਲੀ। ਮਤਲਬ ਇਟ ਵਾਸ ਨਾਟ ਪਲਾਨਡ ਐਟ ਆਲ। ਤੇ ਜਿਸ ਤਰੀਕੇ ਨਾਲ ਹੁਣ ਤੁਸੀਂ ਦੱਸ ਰਹੇ ਹੋ 2:15 ਵਜੇ ਕਾਲ ਆਈ ਹੈ, 2:30 ਵਜੇ ਉਹਨਾਂ ਨੇ ਤੁਹਾਨੂੰ ਆਨ 에ਅਰ ਲੈ ਵੀ ਲਿਆ ਹੈ, ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਤੁਸੀਂ ਉਹਨਾਂ ਨੂੰ, ਨਾਲੇ ਵੈਸੇ ਵੀ ਉਹ 2:15 2:30 AM ਦੀ ਗੱਲ ਹੈਗੀ ਹੈ, ਤੁਸੀਂ ਓਬਵੀਅਸਲੀ ਕਿਸੇ ਨੂੰ ਕੰਟੈਕਟ ਕਰ ਨਹੀਂ ਪਾਓਗੇ। ਹੁਣ ਤੁਸੀਂ ਇਹ ਗੱਲ ਉਹਨਾਂ ਨੂੰ ਸਮਝਾਈ ਨਹੀਂ, ਜਿਹੜੇ ਹੁਣ ਪੋਸਟ ਪਾ ਕੇ ਇੱਕ ਨਵਾਂ ਹੀ ਵਿਵਾਦ ਜਿਹੜਾ ਛੇੜਦੇ ਪਏ ਨੇ, ਇਹਦਾ ਵਿਵਾਦ ਦਾ ਰਿਜ਼ਲਟ ਬਹੁਤ ਮਾੜਾ ਹੈਗਾ। ਭਾਈ ਇਹੀ ਚੀਜ਼ ਮੈਂ ਇੱਕ ਵਾਰੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ, ਕਿ ਅਸੀਂ ਸਾਰਿਆਂ ਦਾ, ਮਤਲਬ ਮੈਂ ਇਹ ਨਹੀਂ ਕਹੂੰਗਾ ਕਿ ਵੀ ਮੈਂ ਕੁਛ ਹਾਂ ਜਾਂ ਕੋਈ ਹੋਰ ਕੁਛ ਹੈ, ਇੱਕ ਬੰਦਾ ਕੋਈ ਵੀ ਕੁਛ ਨਹੀਂ ਕਰ ਸਕਦਾ ਇਕੱਲਾ। ਜਦੋਂ ਸਾਰਿਆਂ ਦਾ ਇੱਕ ਕਲੈਕਟਿਵ ਰਿਕੁਆਇਰਮੈਂਟ ਜਾਂ ਕਲੈਕਟਿਵ ਜਿਹੜਾ ਸਾਡਾ ਅਪਰੋਚ ਹੈ,
ਉਹ ਹੈਗੀ ਹੈ ਟੂ ਸੀਕ ਜਸਟਿਸ ਫॉर ਸੁਸ਼ਾਂਤ ਸਿੰਘ ਰਾਜਪੂਤ, ਟੂ ਗੈਟ CBI ਫॉर ਸੁਸ਼ਾਂਤ ਸਿੰਘ ਰਾਜਪੂਤ ਕੇਸ। ਤੇ ਜਦੋਂ ਤੁਸੀਂ ਕਿਸੇ ਇੱਕ ਬੰਦੇ ਦਾ ਨਾਂ ਨੂੰ ਉੱਥੇ ਡਿਫੇਮ ਕਰਨ ਦੀ ਕੋਸ਼ਿਸ਼ ਕਰ ਦਿੰਦੇ ਹੋ ਪਬਲਿਕ ਪ੍ਰੋਫਾਈਲ ਦੇ ਵਿੱਚ ਕਿ ਯੂ ਸ਼ੁਡ ਨਾਟ ਹੈਵ ਬੀਨ देयर, ਆਈ ਹੈਵ ਬੀਨ देयर, ਇਦਾਂ ਹੋਣਾ ਚਾਹੀਦਾ ਸੀ, ਉਹਦਾ ਹੋ ਕੀ ਰਿਹਾ ਹੁਣ? ਇਹ ਬੇਸਿਕਲੀ ਗੇਮ ਖੇਡਾ ਜਾ ਰਿਹਾ ਬੇਸਿਕਲੀ ਕਿ ਬਈ ਨਹੀਂ ਗੇਮ ਖੇਡੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਇਹ ਲਿਖਿਆ ਜਾਂ ਇਹ ਕਿਹਾ ਹੈ ਕਿ ਤੁਸੀਂ ਕ੍ਰੈਡਿਟ ਲਿੱਤਾ ਇਸ ਸਾਰੀ ਚੀਜ਼ ਦਾ। ਹਾਂਜੀ ਹਾਂਜੀ ਹਾਂਜੀ। ਹੁਣ ਸਵਾਲ ਇਹ ਹੈਗਾ ਕਿ ਕਿਸੇ ਦੀ ਮੌਤ ਦੇ ਉੱਤੇ ਕੌਣ ਕ੍ਰੈਡਿਟ ਲੈਂਦਾ? ਹਾਂਜੀ ਉਹੀ ਗੱਲ ਜਿਹੜੀ ਮੇਰੀ ਸਮਝ ਨਹੀਂ ਆ ਰਹੀ ਇਸ ਪੋਸਟ ਨੂੰ ਲੈ ਕੇ। ਤੁਸੀਂ ਆਸਟ੍ਰੇਲੀਆ ਨੂੰ ਰੈਪਰੈਜ਼ੈਂਟ ਕੀਤਾ ਜਾਂ ਤੁਸੀਂ ਮੈਲਬਨ ਨੂੰ ਰੈਪਰੈਜ਼ੈਂਟ ਕੀਤਾ, ਗੱਲ ਤਾਂ ਇੱਕੋ ਹੀ ਹੈ। ਉਹ ਗੱਲ ਇੱਕੋ ਹੀ ਹੈ ਕਿ ਮੁੱਦਾ ਉਹੀ ਹੈ, ਰਿਜ਼ਲਟ ਅਸੀਂ ਉਹੀ ਚਾਹੁੰਦੇ ਹਾਂ। ਹੁਣ ਇਹਦੇ ਵਿੱਚ ਕ੍ਰੈਡਿਟ ਲੈਣ ਵਾਲਾ ਕੀ ਹੈ? ਕਿਸੇ ਦੀ ਮੌਤ ਦੇ ਉੱਤੇ ਆਪਾਂ ਕ੍ਰੈਡਿਟ ਗੇਮ ਖੇਡਦੇ ਪਏ ਹਾਂ। ਇਹ ਕਿੰਨੀ ਕੁ ਸ਼ਰਮ ਵਾਲੀ ਗੱਲ ਹੈ ਕਿ ਅੱਜ ਅਸੀਂ ਪੋਸਟ ਪਾ ਰਹੇ ਹਾਂ, ਇਹ ਪੋਸਟ ਪਾ ਕੇ ਅਸੀਂ ਇਹ ਕਹਿ ਰਹੇ ਹਾਂ ਕਿ ਕੋਈ ਬੰਦਾ ਉਸ ਦੀ ਮੌਤ ਦੇ ਉੱਤੇ ਕ੍ਰੈਡਿਟ ਲੈ ਗਿਆ, ਇਹ ਕ੍ਰੈਡਿਟ ਮੈਨੂੰ ਮਿਲਣਾ ਚਾਹੀਦਾ। ਕਿਸੇ ਦੀ ਮੌਤ ਦਾ ਵੀ ਕ੍ਰੈਡਿਟ ਕੋਈ ਵੰਡਦਾ ਨਹੀਂ ਭਾਜੀ। ਉਹੀ ਮਤਲਬ ਜਿਹੜੀ ਹਿਊਮੈਨਿਟੀ ਵਾਲੀ ਗੱਲ ਆਉਂਦੀ ਹੈ ਨਾ ਕਿ ਆਪਾਂ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚਲੋ ਕਿ ਕਿਹੜਾ ਕੈਂਪੇਨ ਸੀਗਾ ਜਦੋਂ ਲੋਕੀ ਪਰਸਨਲੀ ਇੰਡੀਵਿਜੂਅਲੀ ਹਰ ਜਣਾ ਸੈਡ ਸੀਗਾ ਜਦੋਂ ਕਿ ਐਕਚੁਅਲ 'ਚ ਡੈਥ ਹੋਈ ਸੀ ਸੁਸ਼ਾਂਤ ਸਿੰਘ ਰਾਜਪੂਤ ਦੀ। ਇਹ ਕੈਂਪੇਨ ਮੈਨੂੰ ਪਤਾ ਲੱਗਿਆ ਕਿ ਜਿਹੜਾ ਇਹ ਕੈਂਪੇਨ ਇਹਨੇ ਸਟਾਰਟ ਕੀਤਾ ਐਗਜ਼ੈਕਟਲੀ ਅਬਾਊਟ 5-6 ਦਿਨ ਪਹਿਲੇ ਦੀ ਗੱਲ ਆ ਜਦੋਂ ਸ਼ੁਰੂ ਹੋਇਆ ਹੋਣਾ, ਬਟ ਉਹ 2 ਮਹੀਨੇ ਹੋ ਗਏ ਉਸ ਗੱਲ ਨੂੰ। ਇਹ ਕੈਂਪੇਨ ਪਹਿਲਾਂ ਵੀ ਸਟਾਰਟ ਹੋ ਸਕਦਾ ਸੀ। ਇਹ ਕੈਂਪੇਨ ਹੁਣ ਕਿਉਂ ਸਟਾਰਟ ਹੋਇਆ, ਇੰਨਾ ਲੇਟ ਕਿਉਂ ਸਟਾਰਟ ਹੋਇਆ, ਜੋ ਵੀ ਹੈ ਇਹ ਅਪੀਲ ਕੀਤੀ ਗਈ ਹੈ ਰਿਪਬਲਿਕ ਕੋਲ ਕਿ ਬਈ ਸਾਰੇ ਜੁੜਨ ਉਹਦੇ ਨਾਲ ਚੀਜ਼ ਨਾਲ, ਠੀਕ ਹੈ। ਉਹਨਾਂ ਦੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਿਸਟਰ ਜਿਹੜੇ US ਦੇ ਵਿੱਚ ਰਹਿੰਦੇ ਆ, ਤੇ ਨਾਓ ਆਈ ਰੀਲੀ ਅਪਰੀਸ਼ੀਏਟ ਕਿ ਜਿਹੜੇ ਇੱਕਦਮ ਐਕਟਿਵ ਹੋ ਗਏ ਸਾਰੇ ਤੇ ਸਾਰੇ ਜੁੜ ਰਹੇ ਆ, ਬਹੁਤ ਵਧੀਆ ਗੱਲ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਬਈ ਕਿ ਲੋਕੀ ਜਿਹੜੇ ਆ ਕਿ ਉਸ ਰੇਸ ਦੇ ਵਿੱਚ ਫਸਟ ਆਣਾ ਜਾਂ ਸੈਕਿੰਡ ਆਣਾ ਜਾਂ ਥਰਡ ਆਉਣ ਵਾਲੀ ਕੋਈ ਗੇਮ ਕਰੀ ਜਾਏ, ਕ੍ਰੈਡਿਟ ਵਾਲੀ ਕੋਈ ਗੱਲ ਕਰੀ ਜਾਏ। ਹੁਣ ਕਾਫੀ ਲੋਕੀ ਜਦੋਂ ਤੁਸੀਂ ਕੋਈ ਵੀ ਬਹੁਤ ਵੱਡਾ ਵਿਵਾਦ ਹੁੰਦਾ ਇੰਡੀਆ ਦੇ ਵਿੱਚ ਤੇ ਆਪਾਂ ਜਾਂਦੇ ਹਾਂ ਇੰਡੀਆ ਗੇਟ ਦੇ ਵਿੱਚ ਮੋਮਬੱਤੀ ਜਗਾਉਣ, ਠੀਕ ਹੈ। ਮੇਰਾ ਉਹਦੇ ਨਾਲ ਇੱਕ ਐਗਜ਼ਾਮਪਲ ਇਹ ਕਹਿਣਾ ਚਾਹੁੰਦਾ ਕਿ ਬਈ ਉੱਥੇ ਜੇ ਨਿਊਜ਼ ਵਾਲੇ ਘੁੰਮ ਰਹੇ ਆ ਉਹ ਦੇ ਵੋਂਟ ਕੇਅਰ ਕਿ ਸਭ ਤੋਂ ਪਹਿਲਾ ਬੰਦਾ ਇੱਥੇ ਕਿਹੜਾ ਆਇਆ ਸੀਗਾ, ਕਿ ਸਾਰੇ ਬੰਦੇ ਮੋਮਬੱਤੀ ਲੈ ਕੇ ਆਏ ਕਿ ਨਹੀਂ ਆਏ, ਠੀਕ ਹੈ। ਇਹ ਇਦਾਂ ਦੀ ਗੱਲਾਂ ਕਰਨਾ ਬਹੁਤ ਹੀ ਛੋਟੀ ਗੱਲ ਹੋ ਜਾਣੀ ਹੈ ਕਿ ਵੀ ਆਪ ਕਮਿਊਨਿਟੀ ਹੋ। ਤੇ ਮੈਂ ਕਿਸੇ ਨੂੰ ਉਹਨਾਂ ਦੇ ਐਕਸਪ੍ਰੈਸ ਪੁਆਇੰਟ ਆਫ ਵਿਊ ਪੁੱਛ ਰਿਹਾ ਜਿਹੜਾ ਸਭ ਤੋਂ ਐਂਡ 'ਚ ਸੀਗਾ। ਚਲੋ ਮੈਂ ਮੰਨਦਾ ਕਿ ਮੈਂ ਵੀ ਸ਼ਾਇਦ ਵਨ ਆਫ ਦਾ ਪਾਰਟਿਸਿਪੈਂਟ ਹੈ ਜਿਹੜਾ ਐਂਡ ਦੇ ਵਿੱਚ ਹੈ। ਮੈਂ ਨਹੀਂ ਕਹਿੰਦਾ ਕਿ ਮੈਂ ਡੋਨੇਟ ਕੀਤਾ, ਮੈਂ ਨਹੀਂ ਕੀਤਾ ਮੈਂ ਕੈਂਪੇਨ ਸਟਾਰਟ ਕੀਤਾ ਹੈ। ਮੈਂ ਉੱਥੇ ਇੱਕ ਵੌਇਸ ਸੀਗਾ ਜਿਹੜਾ ਮੈਂ ਐਕਸਪ੍ਰੈਸ ਕੀਤੀ ਬਾਈ ਸ਼ੇਅਰਿੰਗ, ਬਾਈ ਬੀਇੰਗ ਅ ਪਾਰਟ ਆਫ ਦਾ ਹੋਲ ਥਿੰਗ ਕਿ ਬਈ ਚਲੋ ਹਾਂ ਕਿਸੇ ਨੇ ਕੁਝ ਵਧੀਆ ਕੀਤਾ, ਮੈਂ ਉਹਨਾਂ ਦੀ ਪੂਰੀ ਹੈਲਪ ਕਰੂੰਗਾ ਉਸ ਚੀਜ਼ ਨੂੰ ਸਪਰੈਡ ਕਰਨ ਦੇ ਵਿੱਚ। ਪਰ ਉਹਨਾਂ ਨੇ ਹੁਣ ਮੈਨੂੰ ਆ ਕੇ ਪੁੱਛ ਲਿਆ, ਮੇਰਾ ਇੰਟਰਵਿਊ ਲੈ ਲਿਆ, ਤੇ ਮੈਂ ਉਸ ਟਾਈਮ ਕਹਾਂ ਸੌਰੀ ਪੂਰੇ ਮਤਲਬ ਆਊਟ ਆਫ ਥੀਸ ਥਾਊਜ਼ੈਂਡਸ ਆਫ ਪੀਪਲ ਜਿਹੜੇ ਦੇਰ ਹੈ, ਲੈਟ ਮੀ ਫਾਈਂਡ ਫਰਸਟ ਕਿ ਕਿਹੜਾ ਬੰਦੇ ਨੇ ਸਟਾਰਟ ਕੀਤਾ ਹੈ। ਤੇ ਉਹ ਐਗਜ਼ੈਕਟਲੀ ਮੈਂ ਤੁਹਾਨੂੰ ਦੱਸਾਂ ਕਿ 137 ਲੋਕ ਸੀਗੇ ਜਿਨ੍ਹਾਂ ਨੇ ਡੋਨੇਸ਼ਨ ਕੀ ਦਿੱਤੀ ਸੀਗੀ। ਪਰ ਇਹਦਾ ਮਤਲਬ ਮੈਂ ਉਹਨਾਂ ਦੇ 137 ਨਾਂ ਸਾਰਿਆਂ ਦੀ ਲੈਣਾ ਚਾਹੁੰਦਾ ਸੀ। ਜੇ ਮੈਨੂੰ ਮੌਕਾ ਦਿੱਤਾ ਜਾਂਦਾ ਐਗਜ਼ੈਕਟਲੀ 1 ਮਿੰਟ ਦੇ ਵਿੱਚ, ਮੈਨੂੰ ਲੱਗਦਾ ਕਿ ਮੈਂ ਗਿਣ ਕੇ ਦੱਸਣਾ। ਹਾਂਜੀ। ਤੇ ਮੋਰ ਇੰਪੋਰਟੈਂਟਲੀ ਤੁਹਾਨੂੰ ਲੱਗਦਾ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਕਿ ਉਹ ਨਹੀਂ ਉਹ ਸੀਗੇ। ਇਸ ਟਾਈਮ 90% ਲੋਕਾਂ ਦੇ ਕੋਲ ਪੈਸੇ ਨਹੀਂ ਹੈਗੇ, ਦੇ ਆਰ ਗੈਟਿੰਗ ਜੌਬ ਕੀਪਰ ਜਾਂ ਇੰਟਰੈਕਟ ਤੋਂ ਜੌਬ ਕੀਪਰ ਵੀ ਨਹੀਂ ਆ ਰਹੀ ਹੈ। ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਇੰਟਰਸਟਿਡ ਨਹੀਂ ਹੈ ਜਾਂ ਉਹ ਇਨਵੋਲਵ ਨਹੀਂ ਹੈ ਇਸ ਕੇਸ ਨਾਲ। ਮਤਲਬ ਸਿਰਫ ਪੈਸੇ ਨਾਲ ਕੰਪੇਅਰ ਨਹੀਂ ਕਰ ਸਕਦੇ ਜਾਂ ਫਿਰ ਆਪਾਂ ਕ੍ਰੈਡਿਟ ਨਾਲ ਕੰਪੇਅਰ ਨਹੀਂ ਕਰ ਸਕਦੇ ਕਿ ਕਿੰਨੀ ਇੰਟੈਂਸਿਟੀ ਹੈ ਇਸ ਮੈਟਰ ਦੀ। ਨਹੀਂ ਤੇ ਤੁਹਾਡੀ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ, ਤੁਸੀਂ ਜਿਸ ਤਰੀਕੇ ਨਾਲ ਦੱਸਿਆ ਵੀ ਤੁਸੀਂ ਐਕਸਪਲੇਨ ਕਰਨਾ ਚਾਹਿਆ, ਇਹ ਤੁਹਾਡੇ ਐਕਸਪਲੇਨ ਕਰਨ ਤੋਂ ਬਾਅਦ ਵੀ ਉਹਨਾਂ ਨੇ ਇਹ ਪੋਸਟ ਪਾਈ ਰੱਖੀਆਂ ਜਾਂ ਕਿ ਅਸੀਂ ਇਹਨੂੰ ਡਿਲੀਟ ਕਰ ਦਿੰਦੇ ਹਾਂ ਵੀ ਇਹ ਜੋ ਕੁਝ ਵੀ ਹੋਇਆ ਗਲਤ ਹੋਇਆ? ਕਿਉਂਕਿ ਅਗਰ ਮੈਨੂੰ ਕੀ ਲੱਗਦਾ ਪਿਆ, ਅਗਰ ਇਹ ਮੈਸੇਜ ਅਰਨਬ ਤੱਕ ਏਦਾਂ ਪਹੁੰਚ ਜਾਵੇ ਵੀ ਆਸਟ੍ਰੇਲੀਆ ਵਾਲਿਆਂ ਦੇ ਵਿੱਚ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਉੱਥੇ ਇੱਕ ਨਵੀਂ ਕ੍ਰੈਡਿਟ ਗੇਮ ਦੀ ਲੜਾਈ ਹੈਗੀ ਹੈ, ਤੇ ਜੇਕਰ ਇਹ ਕ੍ਰੈਡਿਟ ਗੇਮ ਦੀ ਲੜਾਈ ਅਗਰ ਉਹਦਾ ਇੱਕ ਡਾਇਲੌਗ ਉੱਥੇ ਇਹ ਚੱਲੇਗਾ ਕਿ ਕਿਸੇ ਦੀ ਮੌਤ ਦੇ ਉੱਤੇ ਕੋਈ ਕ੍ਰੈਡਿਟ ਕਿੱਦਾਂ ਵੰਡ ਸਕਦਾ, ਤੇ ਇਹਦੇ ਵਿੱਚ ਜਿੰਨਾ ਅਸੀਂ ਆਪਣੇ ਆਪ 'ਚ ਹੁਣ ਥੋੜਾ ਜਿਹਾ ਮਹਿਸੂਸ ਕਰਦੇ ਹਾਂ ਕਿ ਜਦੋਂ ਤੁਸੀਂ ਔਨ ਏਅਰ ਹੋਏ ਪੂਰੇ ਆਸਟ੍ਰੇਲੀਆ ਦਾ ਨਾਮ ਆਇਆ ਵੀ ਆਸਟ੍ਰੇਲੀਆ ਵਾਲੇ ਵੀ ਇਹਨੂੰ ਸਪੋਰਟ ਕਰਦੇ ਵੀ ਨੇ, ਇਹ ਉਨੀ ਹੀ ਬੇਇੱਜ਼ਤੀ ਦਾ ਕਾਰਨ ਬਣੇਗਾ, ਸਬੱਬ ਬਣੇਗਾ ਸਾਡਾ ਕਿ ਆਸਟ੍ਰੇਲੀਆ ਵਾਲੇ ਕਿਸੇ ਦੀ ਮੌਤ ਦੇ ਉੱਤੇ ਕ੍ਰੈਡਿਟ ਲੈਣਾ ਚਾਹ ਰਹੇ। ਭਾਈ ਇਹੀ ਚੀਜ਼ ਨਾਲ ਮੈਂ ਆਲਰੇਡੀ ਸ਼ਰਮਸਾਰ ਫੀਲ ਕਰਦਾ ਹਾਂ ਕਿ ਤੁਸੀਂ ਅਗਲਾ ਸਟੈਪ ਕੀ ਲੈ ਕੇ ਯਾਰ ਸ਼ਰਮਸਾਰ ਤੁਸੀਂ ਨਹੀਂ ਫੀਲ ਕਰਨਾ ਚਾਹੀਦਾ। ਇਹ ਜਿਨ੍ਹਾਂ ਨੇ ਪਾਇਆ ਹੈ, ਜਿਹੜੇ ਗੱਲਾਂ ਕਰ ਰਹੇ ਨੇ ਕਿ ਇਹ ਕ੍ਰੈਡਿਟ ਉਹਨੇ ਲੈ ਲਿਆ, ਇਹ ਸੋਚਣਾ ਚਾਹੀਦਾ ਵੀ ਇਹ ਕ੍ਰੈਡਿਟ ਦਾ ਸਮਾਂ ਹੈ, ਇਹ ਕੋਈ ਮੁੱਦਾ ਹੈ ਕ੍ਰੈਡਿਟ ਲੈਣ ਵਾਲਾ? ਇਹਦੇ ਵਿੱਚ ਕਿਸੇ ਨੇ ਤਗਮਾ ਲੈ ਕੇ ਕੀ ਲਗਾਣਾ ਆਪਣੇ ਘਰ, ਕਿਸੇ ਨੇ ਸਜਾਣਾ ਇਸ ਨੂੰ?
ਨਹੀਂ ਬਿਲਕੁਲ ਭਾਜੀ ਸਾਰਾ ਕਿ ਇਹ ਕੈਂਪੇਨ ਮੈਂ ਸ਼ੁਰੂ ਕੀਤਾ ਤੇ ਰਿਜ਼ਲਟ ਮੇਰੇ ਕਰਕੇ ਆਇਆ, ਜਿਹੜਾ ਉਹ ਰਿਜ਼ਲਟ ਆਣਾ ਉਹ CBI ਨੇ ਕਰ ਦੇਣਾ। ਮੈਂ ਅਰਨਬ ਨੇ ਜੋ ਕੀਤਾ ਪੂਰੀ ਦੁਨੀਆ ਨੂੰ ਪਤਾ, ਮੈਂ ਕਿਸੇ ਨੂੰ ਉਸ ਨੂੰ ਦੱਸਣ ਦੀ ਲੋੜ ਨਹੀਂ। ਹਾਂਜੀ ਭਾਜੀ, ਤੇ ਸਭ ਤੋਂ ਵੱਡੀ ਗੱਲ ਉਹੀ ਹੈ ਕਿ ਮੈਂ ਵੀ ਉਹੀ ਗੱਲ ਕਰ ਰਿਹਾ ਕਿ ਸ਼ਰਮਸਾਰ ਮੈਂ ਕਿਉਂ ਫੀਲ ਕਰਦਾ, ਕਿਉਂਕਿ ਐਟ ਦੈਟ ਪੁਆਇੰਟ ਜਦੋਂ ਮੈਂ TV ਤੇ ਗਿਆ ਸੀਗਾ ਉਸ ਟਾਈਮ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਫੀਲ ਕਰ ਰਿਹਾ ਸੀ ਕਿ ਆਪਣੀ ਕਮਿਊਨਿਟੀ ਬਹੁਤ ਕੁਝ ਕਰ ਰਹੀ ਹੈ, ਠੀਕ ਹੈ, ਐਂਡ ਮੈਂ ਉਹਨਾਂ ਦੀ ਵੌਇਸ ਸੀਗਾ ਉਸ ਟਾਈਮ ਲਈ। ਹੁਣ ਮੈਂ ਸ਼ਰਮਸਾਰ ਕਿਉਂ ਫੀਲ ਕਰ ਰਿਹਾ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਇਹ ਗੱਲ ਉੱਥੇ ਤੱਕ ਪਹੁੰਚ ਗਈ ਕਿ ਇਦਾਂ ਦਾ ਕੰਮ ਹੋ ਰਿਹਾ ਇੱਥੇ, ਤੇ ਘੁੰਮ ਫਿਰ ਕੇ ਵੌਇਸ ਆਫ ਦ ਕਮਿਊਨਿਟੀ ਜਿਹੜਾ ਮੈਂ ਪਹਿਲਾਂ ਸੀਗਾ ਮੈਂ ਹਜੇ ਵੀ ਉਹੀ ਹੈ ਨਾ। ਮੈਂ ਇਹ ਨਹੀਂ ਕਹਿ ਰਿਹਾ ਕਿ ਨਿਸ਼ਪਾਵਾ ਸ਼ਰਮਸਾਰ ਫੀਲ ਕਰ ਰਿਹਾ, ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਮੈਂ ਹਜੇ ਵੀ ਜਾਂ ਸ਼ੁਰੂ ਤੋਂ ਜਦੋਂ ਵੀ ਮੈਂ, ਔਰ ਜਿੱਦਾਂ ਮੈਂ ਕਿਹਾ ਕਿ ਮੈਂ ਪਹਿਲੀ ਵਾਰੀ TV ਤੇ ਨਹੀਂ ਆਇਆ, ਮੈਂ ਕਾਫੀ ਵਾਰੀ ਬੁਲਾਇਆ ਜਾ ਚੁੱਕਿਆ ਹਾਂ ਕਿ ਬਈ ਐਜ਼ ਐਨ ਟੂ ਐਕਸਪ੍ਰੈਸ ਯੋਰ ਓਪੀਨੀਅਨ ਬਿਕੋਜ਼ ਸਮਹਾਉ ਪੀਪਲ ਨੋ ਯੂ, ਠੀਕ ਆ। ਤੇ ਮੈਂ ਉਸ ਚੀਜ਼ ਨੂੰ ਜਦੋਂ ਆ ਕੇ ਕਹਾਂਗਾ ਤੇ ਮੈਂ ਐਜ਼ ਅ ਕਮਿਊਨਿਟੀ ਐਜ਼ ਅ ਹੋਲ ਕਹਾਂਗਾ, ਮੈਂ ਐਜ਼ ਪੀਪਲ ਵੌਇਸ ਫॉर द ਪੀਪਲ ਕਹਾਂਗਾ, ਠੀਕ ਹੈ। ਤੇ ਮੈਂ ਚਾਹੇ ਮੈਲਬਨ ਦੇ ਵੱਲੋਂ ਕਵਾਂ ਜਾਂ ਮੈਲਬਨ ਇੰਡੀਅਨਸ ਇਨ ਮੈਲਬਨ ਵੱਲੋਂ ਕਵਾਂ ਜਾਂ ਆਸਟ੍ਰੇਲੀਆ ਵੱਲੋਂ ਕਵਾਂ, ਪਰ ਕਿੱਦਾਂ ਲੋਕੀ ਫੀਲ ਕਰ ਰਹੇ ਉਹ ਮੇਰਾ ਕਹਿਣਾ ਬਣਦਾ ਵਾ। ਪਰ ਇਹ ਕਹਿਣਾ ਕਿ ਬਈ ਇਹਦਾ ਕ੍ਰੈਡਿਟ ਬਣਦਾ ਸੀ, ਇਹਨਾਂ ਦਾ ਨਾਂ ਆਉਣਾ ਚਾਹੀਦਾ ਸੀ, ਇਹਨਾਂ ਦਾ ਕ੍ਰੈਡਿਟ ਬਣਦਾ ਸੀ, ਉਹ ਟਾਈਮ ਨਹੀਂ, ਮਤਲਬ ਇਹ ਚੀਜ਼ਾਂ 'ਚ ਟਾਈਮ ਨਹੀਂ ਵੇਸਟ ਹੋ ਕੇ ਜਿਹੜਾ ਆਪਣਾ ਐਕਚੁਅਲ ਮੁੱਦਾ ਉਹ 'ਚ ਰਹਿਣਾ ਚਾਹੀਦਾ ਸੀ। ਵੈਸੇ ਤੁਸੀਂ ਜਿਹੜਾ ਦੇਣਾ ਚਾਹੁੰਦੇ ਤੁਸੀਂ ਉਹ ਦਿੱਤਾ ਹੈ। ਹਾਂਜੀ ਹਾਂਜੀ ਹਾਂਜੀ। ਮੇਰਾ ਹੁਣ ਇਹ ਸਵਾਲ ਹੈ ਲਾਸਟ ਦੇ ਉੱਤੇ ਕਿ ਜਿਨ੍ਹਾਂ ਲੋਕਾਂ ਨੇ ਇਹ ਪੋਸਟ ਪਾਈਆਂ, ਜਿਨ੍ਹਾਂ ਨੇ ਹੁਣ ਉਹਨੂੰ ਡਿਲੀਟ ਨਹੀਂ ਕੀਤਾ ਜਾਂ ਉਹਨਾਂ ਨੇ ਕੋਈ ਸੌਰੀ ਫੀਲ ਨਹੀਂ ਕੀਤਾ ਤੁਹਾਡੇ ਕੋਲੋਂ, ਤੇ ਜਾਂ ਤੁਹਾਡੇ ਨਾਲ ਉਹਨਾਂ ਨੇ ਗੱਲਬਾਤ ਨਹੀਂ ਕਰਕੇ ਸੌਰਟ ਆਊਟ ਨਹੀਂ ਕੀਤਾ ਇਸ ਮੁੱਦੇ ਨੂੰ, ਹੁਣ ਤੁਸੀਂ ਕੀ ਐਕਸ਼ਨ ਲੈ ਰਹੇ ਹੋ? ਭਾਈ ਮੈਨੂੰ ਆਪਣੇ ਆਪ ਹੀ ਟੂ ਬੀ ਓਨੈਸਟ, ਮਤਲਬ ਮੈਂ ਸਹੀ ਦੱਸਾਂ ਤੁਹਾਨੂੰ, ਕੱਲ ਪੂਰਾ ਦਿਨ ਮੇਰੇ ਕੋਲ ਕਾਲ ਆਉਂਦੀ ਰਹੀ ਹੈ, ਅੱਜ ਵੀ ਪੂਰਾ ਦਿਨ ਮੇਰੇ ਕੋਲ ਕਾਲ ਆਉਂਦੀ ਰਹੀ ਹੈ, ਇਸੇ ਕਰਕੇ ਕਿ ਲੋਕੀ ਜਿਹੜੇ ਮੇਰੀ ਸਪੋਰਟ ਦੇ ਵਿੱਚ ਆ, ਮੈਨੂੰ ਓਨੈਸਟਲੀ ਇੱਕ ਵੀ ਨੈਗੇਟਿਵ ਕਾਲ ਨਹੀਂ ਹੈ, ਜਦਕਿ ਮੇਰਾ ਨੰਬਰ ਓਪਨਲੀ ਸ਼ੇਅਰ ਹੋ ਚੁੱਕਿਆ, ਮੇਰੀ ਈਮੇਲਸ ਓਪਨਲੀ ਸ਼ੇਅਰ ਹੋਈਆਂ। ਇੱਕ ਦੋ ਜਣੇ ਸੀਗੇ ਜਿਨ੍ਹਾਂ ਨੇ ਮੈਨੂੰ ਪਰਸਨਲੀ ਮੈਸੇਜ ਵੀ ਕੀਤਾ ਤੇ ਮੈਨੂੰ ਮੈਸੇਜ ਮਿਲਿਆ ਨਹੀਂ ਉਹ, ਮਤਲਬ ਫੇਸਬੁੱਕ ਦੇ ਵਿੱਚ, ਪਰ ਉਹਨਾਂ ਦੀ ਸਕਰੀਨਸ਼ਾਟ ਜਿਹੜੀ ਉਹਨਾਂ ਨੇ ਉਸੇ ਪਬਲਿਕ ਕੈਂਪੇਨ ਦੇ ਵਿੱਚ ਸ਼ੇਅਰ ਕੀਤੀ ਹੈ, ਜਿਹੜੀ ਮੈਨੂੰ ਬਾਅਦ 'ਚ ਸਕਰੀਨਸ਼ਾਟ ਭੇਜਿਆ ਸੀ ਕਿਸੇ ਨੇ। ਮੈਨੂੰ ਬਹੁਤ ਕੁਝ ਪਤਾ ਲੱਗਿਆ, ਸੁਣਨ 'ਚ ਆਇਆ, ਜਿਹੜੇ ਜਿਨ੍ਹਾਂ ਦਾ ਮੈਂ ਸ਼ੇਅਰ ਕੀਤਾ ਸੀ ਐਕਚੁਅਲੀ ਉਹਨਾਂ ਦਾ ਵੀ ਪਤਾ ਲੱਗਿਆ ਕਿ ਉਹ ਕਹਿੰਦੇ ਕਿ ਮੈਨੂੰ ਜਾਣਦੇ ਨਹੀਂ ਹੈ। ਜੇ ਗਲਤੀ ਨਾਲ ਵੀ ਤੁਸੀਂ ਉਹਨਾਂ ਦੀ ਐਕਚੁਅਲ 'ਚ ਪ੍ਰੋਫਾਈਲ ਖੋਲ ਕੇ ਵੇਖੋ ਤੇ ਮਤਲਬ ਜੋ ਵੀ ਉਹਨਾਂ ਦਾ ਫਰੈਂਡ ਨਹੀਂ ਹੋਊਗਾ, ਉਹਨਾਂ ਨੂੰ ਸਿਰਫ ਔਰ ਸਿਰਫ ਮੇਰੀ ਹੀ ਫੋਟੋਆਂ ਮਿਲਣੀਆਂ। 2015 ਦੇ ਵਿੱਚ ਜਦੋਂ ਮੈਂ ਇੱਕ ਫਿਲਮ ਬਣਾ ਰਿਹਾ ਸੀ, ਉਹਨਾਂ ਦੇ ਬੱਚੇ ਨੂੰ ਮੈਂ ਇੱਕ ਐਕਟਰ ਦਾ ਰੋਲ ਦਿੱਤਾ ਸੀਗਾ, ਜਾਂ ਫਿਰ ਉਹਨਾਂ ਤੋਂ ਪਹਿਲਾਂ ਵੀ ਜਿੱਦਾਂ ਮਤਲਬ ਮੇਰੀ ਪ੍ਰੋਫਾਈਲ, ਮਤਲਬ ਮੇਰੀ ਫੋਟੋ ਹੀ ਜਿਨ੍ਹਾਂ ਨੇ ਵੀ ਮੈਨੂੰ ਦੱਸਿਆ ਕਿ ਮੈਂ ਤਾਂ ਸਿਰਫ ਤੁਹਾਡੀ ਫੋਟੋ ਦੇਖ ਸਕਦਾ ਤੇ ਇਹ ਕਹਿੰਦੇ ਤੁਹਾਨੂੰ ਜਾਣਦੇ ਹੀ ਨਹੀਂ ਹੈ। ਤੇ ਮੈਂ ਸਿਰਫ ਉਹਨਾਂ ਦਾ ਮੈਸੇਜ ਸਪਰੈਡ ਕਰ ਰਿਹਾ ਸੀ, ਕਿਉਂਕਿ ਮੈਂ ਇਹ ਨਹੀਂ ਜਾਣਦਾ ਸੀ ਕਿ ਕੋਈ ਇੱਕ ਬੰਦੇ ਨੇ ਸਟਾਰਟ ਕੀਤਾ ਹੈ, ਇੱਕ ਟੀਮ ਨੇ ਸਟਾਰਟ ਕੀਤਾ ਹੈ, ਕਿੰਨੇ ਬੰਦੇ। ਉਹ ਗੱਲ ਤੁਹਾਡੀ ਹੋ ਗਈ ਹੈ, ਉਹ ਤੁਹਾਡਾ ਪੁਆਇੰਟ ਅਸੀਂ ਲੈ ਲਿਆ, ਓਬਵੀਅਸਲੀ ਕਿ ਜਨਤਾ ਨੇ ਵੀ ਲੈ ਲਿਆ ਹੋਏਗਾ, ਮਗਰ ਮੇਰਾ ਮੁੱਦਾ ਇਹ ਹੈਗਾ ਇਸ ਟਾਈਮ ਦੇ ਉੱਤੇ ਕਿ ਤੁਸੀਂ ਇਹਨੂੰ ਐਜ਼ ਇਟ ਇਜ਼ ਛੱਡ ਰਹੇ ਹੋ ਜਿਸ ਤਰੀਕੇ ਨਾਲ ਚੱਲ ਰਿਹਾ, ਕਿ ਜਾਂ ਤੁਸੀਂ ਕੁਝ ਸਟੈਪ ਅਗਲਾ ਚੁੱਕਣਾ ਚਾਹ ਰਹੇ ਹੋ ਉਹਦੇ? ਭਾਈ ਉਹੀ ਮੈਂ ਦੱਸ ਰਿਹਾ, ਸੌਰੀ ਮੇਰਾ ਆਫ ਟੌਪਿਕ ਚੱਲ ਜਾਂਦਾ, ਕਿਉਂਕਿ ਇਟ ਇਜ਼ ਐਟ ਦੈਟ ਪੁਆਇੰਟ ਕਿ ਮੇਰਾ ਨਾ ਉਹ ਹੀਟਡ ਹੋ ਜਾਂਦੀ ਹੈ ਕੀ ਚੀਜ਼, ਕਿ ਹਾਊ ਆਈ ਹੈਵ ਫੈਲਟ ਇਨ ਦ ਲਾਸਟ 2 ਡੇਜ਼, ਕਿਉਂਕਿ ਮੇਰੇ ਤੇ ਵੀ ਕਾਫੀ ਜਦੋਂ ਹੁਣ ਯੂ ਆਰ ਪੁਟਿੰਗ ਅ ਬਲੇਮ ਗੇਮ ਦੇਅਰ, ਹੈ ਨਾ, ਉਦਾਂ ਕਰਕੇ ਫਿਰ ਚਲੋ ਮੈਨੂੰ 1-2 ਲਾਇਰਸ ਦੇ ਵੀ ਕਾਲ ਆਏ ਆਪਣੇ ਆਪ ਹੀ, ਤੇ ਦੇ ਸੇਡ ਕਿ ਦਿਸ ਇਜ਼ ਨਥਿੰਗ ਰੋਂਗ, ਮਤਲਬ ਜੋ ਤੁਸੀਂ ਕੀਤਾ ਉਸ ਕਿਤੇ ਤੁਸੀਂ ਇਹ ਨਹੀਂ ਕਿਹਾ ਕਿ ਤੁਹਾਡਾ ਕੈਂਪੇਨ ਹੈ, ਹਨਾ, ਕਿਉਂਕਿ ਤੁਸੀਂ ਵਹੀ ਕਿਹਾ ਉੱਥੇ ਆਈ, ਤੁਸੀਂ ਕਿਹਾ ਹੀ ਨਹੀਂ। ਅਗਰ ਮੈਂ ਕਿਸੇ ਜਗ੍ਹਾ ਤੇ ਕਹਾਂ ਕਿ ਮੈਂ ਕੀਤਾ ਤੇ ਮੈਂ ਗੁਨੇਗਾਰ ਹੈਗਾ, ਜਦੋਂ ਸਾਰੇ ਬੰਦੇ ਮੇਰੇ ਨਾਲ ਹੈਗੇ ਤੇ ਮੈਂ ਇਕੱਲੇ ਨਾਲ ਆਪਣਾ ਨਾਮ ਲੈ ਰਿਹਾ। ਜੇਕਰ ਤੁਸੀਂ ਕਹਿ ਰਹੇ ਕਿ ਅਸੀਂ ਕੀਤਾ, ਮੈਂ ਉਹਦੇ 'ਚ ਸਾਰੇ ਜਾਣੇ ਹੁੰਦੇ। ਹਾਂਜੀ, ਔਰ ਉਸ ਤੋਂ ਇੰਪੋਰਟੈਂਟ ਮੈਂ ਇੱਕ ਵਰਡ ਮੈਂਸ਼ਨ ਕੀਤਾ ਸੀਗਾ ਕਿ ਵੀ one person started the campaign and then the wave of people have followed it. Neither I said कि I was the one who was the second person or third person, doesn't matter, है ना, ना मैं किया कि मैं डोनेशन ਦਿੱਤੀ ਹੈ, ਨਾ ਮੈਂ ਕਿਹਾ ਕਿ ਮੈਂ ਬਿਲਬੋਰਡਸ ਲਾਏ ਜਾ ਕੇ, ਠੀਕ ਆ। ਪਰ ਇੱਕ ਗੱਲ ਉਹਨਾਂ ਨੇ ਮੈਨੂੰ ਕਹੀ ਹੈ ਕਿ ਕਿਉਂਕਿ ਤੁਹਾਡਾ ਨਾਂ ਉਹਨਾਂ ਨੇ ਸਾਫ਼-ਸਾਫ਼ ਲਿੱਤਾ ਹੈ ਵੀਡੀਓਜ਼ ਦੇ ਵਿੱਚ, ਇਹ ਜਿਹੜੇ ਲੋਕ ਮੈਨੂੰ ਬਲੇਮ ਕਰ ਰਹੇ ਆ, ਇਹਨਾਂ ਨੇ ਮੇਰੀ ਪ੍ਰੋਫਾਈਲ ਕੀਤਾ ਉਹਨਾਂ ਨੇ। ਮੈਂ ਵੈਸੇ ਉਹਨਾਂ ਨੂੰ ਇਹ ਕਲੀਅਰ ਕਰ ਦਿਆਂ ਕਿ ਪਹਿਲੇ ਤੁਹਾਡਾ ਨਾਮ ਨਿਖਿਲ ਲੈ ਰਹੇ ਸਨ, ਬਾਅਦ 'ਚ ਉਹਨਾਂ ਨੇ ਕਰੈਕਟ ਕੀਤਾ ਨਿਸ਼। ਉਹ ਵੀ ਮੈਂ ਉਹਨਾਂ ਨੂੰ ਦੱਸਿਆ ਤਾਂ ਕਰੈਕਟ ਕੀਤਾ ਸੀ ਤੁਸੀਂ। ਮੈਂ ਉਹੀ ਗੱਲ ਸਮਝਾਉਣਾ ਚਾਹ ਰਿਹਾ ਕਿ ਮੇਰਾ ਕੋਈ ਪਰਸਨਲ ਕਨੈਕਸ਼ਨ ਨਹੀਂ ਹੈਗਾ, ਠੀਕ ਹੈ। ਮੈਂ ਉਹਨਾਂ ਨੇ ਬਸ ਇੱਕ ਐਟ ਦਾ ਮੂਮੈਂਟ, ਲਾਸਟ ਮੂਮੈਂਟ ਤੇ ਮਤਲਬ ਕਿ ਵੀ ਚਾਹੀਦਾ ਸੀ ਉਹਨਾਂ ਨੂੰ ਕਾਲ ਕਰਨ ਲਈ, ਔਰ ਆਈ ਥਿੰਕ ਇਟ ਵੁੱਡ ਹੈਵ ਬੀਨ ਐਥੀਕਲੀ ਰੋਂਗ, ਕਿਉਂਕਿ ਕਾਫੀ ਵੂਮਨ ਇਨਵੋਲਵਡ ਹੈ ਇਸ ਕੈਂਪੇਨ ਦੇ ਵਿੱਚ, ਮੈਂ ਸਮਝਦਾ ਵਾਂ। ਤੇ ਰਾਤੀ 2-2:30-3 ਵਜੇ ਮੈਂ ਕਿਸੇ ਵੂਮਨ ਨੂੰ ਕਾਲ ਕਰਦਾ ਜਾਂ ਕਿਸੇ ਨੂੰ ਵੀ ਕਾਲ ਕਰਦਾ, ਇਟ ਵੁੱਡ ਹੈਵ ਬੀਨ ਆਊਟ ਆਫ ਮਾਈ ਐਥੀਕਲ ਜਿਹੜੇ ਹੋਵੇ ਜਾਂ ਜੈਂਟਸ ਹੋਵੇ, ਇਹ ਟਾਈਮ ਹੈਗਾ ਨਹੀਂ ਹੈ ਕਿਸੇ ਨਹੀਂ ਹੈਗਾ, ਠੀਕ ਹੈ। ਲੱਕੀਲੀ ਮੈਂ ਜਾਗ ਰਿਹਾ ਸੀਗਾ ਉਸ ਟਾਈਮ, ਕਿਉਂਕਿ ਆਈ ਵਰਕ ਲੇਟ ਬੇਸਿਕਲੀ, ਤੇ ਮੇਰਾ ਕੰਮ ਜਿਹੜਾ ਇੰਡੀਆ ਟੀਮ ਨਾਲ ਹੁੰਦਾ, ਮੇਰੇ ਕੋਲ ਇੰਡੀਆ ਟੀਮ ਹੈਗੀ ਹੈ, ਤੇ ਮੈਂ ਕਾਫੀ ਲੇਟ 3-4 ਵਜੇ ਤੱਕ ਕੰਮ ਕਰਦਾ ਵਾਂ। ਤੇ ਜੇ ਮੈਨੂੰ ਕੋਈ ਕਾਲ ਆ ਗਈ ਤੇ ਮੇਰਾ ਨਹੀਂ ਸੀਗਾ ਮੂਡ ਕਿ ਮੈਂ ਚੱਕਾਂ, ਪਰ ਫਿਰ ਵੀ ਮੈਂ ਕਿਹਾ ਸ਼ਾਇਦ ਮੇਰੀ ਕੋਈ ਆਫਿਸ ਤੋਂ ਕਾਲ ਹੋ ਸਕਦੀ ਹੈ ਕਿਸੇ ਰਿਲੇਟਡ, ਮੈਂ ਚੱਕ ਲਿਆ। ਤੇ ਉਹ ਚੱਕਣ ਦਾ ਇੱਕ ਤਰਫ ਮੈਂ ਕਹੂੰਗਾ ਕਿ ਮੈਨੂੰ ਬੈਨੀਫਿਟ ਵੀ ਹੋਇਆ ਕਿ ਅਫਕੋਰਸ ਮੈਂ ਹੂ ਵੁਡਨਟ, ਜੇ ਕਿਸੇ ਨੂੰ ਵੀ ਕਾਲ ਆਉਂਦੀ
ਕਿਹੜਾ ਬੰਦਾ ਇਦਾਂ ਦਾ ਹੋਊਗਾ ਜਿਹੜਾ ਕਹੂਗਾ ਕਿ ਨਹੀਂ ਮੈਂ ਨੈਸ਼ਨਲ ਟੀਵੀ ਤੇ ਨਹੀਂ ਜਾਣਾ ਚਾਹੁੰਦਾ। ਠੀਕ ਹੈ, ਮੈਂ ਤੁਹਾਡਾ ਸਮਝ ਗਿਆ। ਸਾਡੇ ਕੋਲ ਹੁਣ ਸਿਰਫ 2 ਮਿੰਟ ਬਚੇ ਨੇ। ਮੈਂ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਚੀਜ਼ ਨੂੰ ਏਦਾਂ ਹੀ ਲੈਟ ਇਟ ਗੋ ਕਿ ਜਾਣਦੇ ਹੋ ਕਿ ਜਾਂ ਹੁਣ ਤੁਸੀਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈ ਰਹੇ ਜੀ, ਕਿਸ ਤਰੀਕੇ ਨਾਲ ਤੁਸੀਂ ਇਹਨੂੰ ਸੌਰਟ ਆਊਟ ਕਰਨ ਜਾ ਰਹੇ ਜੀ। ਮੈਂ ਬਸ ਇਹ ਚਾਹਾਂਗਾ ਤਾਂ ਜੋ ਕਿ ਜਿਹੜੇ ਉਹ ਲੋਕ ਵੀ ਦੇਖ ਰਹੇ ਹੋਣਗੇ ਜਿਨ੍ਹਾਂ ਨੇ ਪੋਸਟ ਪਾਈ ਹੈ ਉਹਨਾਂ ਨੂੰ ਵੀ ਥੋੜਾ ਜਿਹਾ ਕੁਝ ਆਈਡੀਆ ਹੋ ਜਾਵੇ ਕਿ ਨਿਸ਼ ਜੀ ਉਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਉਹਨਾਂ ਨੂੰ। ਭਾਈ ਜਿੱਦਾਂ ਕਿ ਮਤਲਬ ਕਿਉਂਕਿ ਰੀਜ਼ਨ ਮੈਂ ਸਿੱਧੇ ਨਹੀਂ ਕਹਿਣਾ ਚਾਹੁੰਦਾ ਕੋਈ ਵੀ ਚੀਜ਼ ਕਿ ਬਈ ਮੈਂ ਉਹਨਾਂ ਤੇ ਲੀਗਲ ਐਕਸ਼ਨ ਲੈਣਾ, ਮੈਂ ਇਦਾਂ ਕਹਿਣ 'ਚ ਬਹੁਤ ਗਲਤ ਲੱਗਦਾ। ਆਈ ਐਮ ਡੂਇੰਗ ਐਗਜ਼ੈਕਟ ਸੇਮ ਥਿੰਗ ਜਿਹੜਾ ਆਪਾਂ ਡਿਮਾਂਡ ਕਰ ਰਹੇ ਹਾਂ, ਆਪਾਂ ਜਸਟਿਸ ਡਿਮਾਂਡ ਕਰ ਰਹੇ ਹਾਂ, ਆਪਾਂ ਜਾ ਕੇ ਅਪਰਾਧੀਆਂ ਨੂੰ ਫੜ ਨਹੀਂ ਰਹੇ ਹਾਂ। ਉਹਨਾਂ ਨੇ ਕੀ ਕੋਸ਼ਿਸ਼ ਕੀਤੀ ਵਿਦਾਊਟ ਐਨੀ ਫੈਕਟਸ ਔਰ ਐਨੀਥਿੰਗ ਮੇਰੇ ਤੇ ਬਲੇਮ ਲਾਇਆ, ਕਿਉਂਕਿ ਮੇਰੇ ਤੇ ਬਲੇਮ ਲਾਇਆ, ਮੇਰਾ ਨਾਂ ਯੂਜ਼ ਕੀਤਾ ਗਿਆ, ਮੇਰੇ ਨੰਬਰਸ ਯੂਜ਼ ਕੀਤੇ ਗਏ, ਬਹੁਤ ਚੀਜ਼ਾਂ ਵਾ, ਤੇ ਆਈ ਐਮ ਸੀਕਿੰਗ ਲੀਗਲ ਹੈਲਪ। ਲੀਗਲ ਹੈਲਪ ਦਾ ਮਤਲਬ ਇਹ ਹੈ ਕਿ ਵੀ ਆਫਕੋਰਸ ਜਿਹੜਾ ਜਸਟੀਫਾਈ ਹੁੰਦਾ ਵਾ ਐਜ਼ ਅ ਕਮਿਊਨਿਟੀ ਮੈਂਬਰ, ਐਜ਼ ਅ ਸਿਟੀਜ਼ਨ ਆਫ ਦ ਕੰਟਰੀ ਕਿ ਬਈ ਜੋ ਰਾਈਟ ਵੇ ਹੁੰਦਾ ਹੈ ਮੈਂ ਰਾਈਟ ਵੇ ਫੋਲੋ ਕਰ ਰਿਹਾ। ਤੁਸੀਂ ਓਵਰਹਾਲ ਜਿਹੜਾ ਮੇਨ ਸਿੱਟਾ ਨਿਕਾਲਿਆ ਕਿ ਤੁਸੀਂ ਐਂਡ ਤੇ ਲੀਗਲ ਐਕਸ਼ਨ ਲੈਣ ਜਾ ਰਹੇ ਹੋ। ਹਾਂਜੀ ਠੀਕ ਹੈ ਜੀ, ਚਲੋ ਤੇ ਬਹੁਤ ਬਹੁਤ ਸ਼ੁਕਰੀਆ ਨਿਸ਼ ਜੀ ਤੁਹਾਡਾ। ਤੁਹਾਡੇ ਜਿਹੜੇ ਇਹ ਖਿਆਲ ਨੇ, ਖਾਸ ਕਰਕੇ ਜਿਹੜਾ ਇਹ ਮੁੱਦਾ ਸੀਗਾ ਪਹਿਲੇ ਤੇ ਸੁਸ਼ਾਂਤ ਦੇ ਨਾਲ ਜੁੜਿਆ ਸੀ, ਓਬਵੀਅਸ ਸਾਰੀ ਦੁਨੀਆ ਦੇ ਨਾਲ ਜੁੜਿਆ, ਉਸ ਚੀਜ਼ ਨੂੰ ਕਲੀਅਰ ਕਰਨ ਦਾ ਸਾਡੇ ਨਾਲ ਕਿ ਤੁਸੀਂ ਉੱਥੇ ਤੁਹਾਡੀ ਕੀ ਗੱਲਬਾਤ ਹੋਈ ਹੈ, ਕਿਸ ਤਰੀਕੇ ਨਾਲ ਤੁਹਾਡਾ ਸਾਰਾ ਸਬੱਬ ਬਣਿਆ। ਤੇ ਦੂਸਰੇ ਨੰਬਰ ਤੇ ਜਿਹੜਾ ਇਹ ਵਿਵਾਦ ਉੱਠਿਆ ਸੀ ਉਸ ਵਿਵਾਦ ਦੇ ਪਿੱਛੇ ਓਵਰਆਲ ਜਿਸ ਤਰੀਕੇ ਨਾਲ ਤੁਹਾਡੇ ਨਾਲ ਗੱਲ ਹੋਈ ਹੈ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ, ਸਿਰਫ ਇੱਕ ਕ੍ਰੈਡਿਟ ਗੇਮ ਹੈਗੀ ਹੈ। ਤੇ ਮੈਨੂੰ ਲੱਗਦਾ ਹੈ ਕਿ ਇੱਥੇ ਮੈਂ ਵੀ ਗੱਲ ਕਰਦੇ ਹਾਂ ਕਾਫੀ ਸ਼ਰਮਸਾਰ ਹੋ ਰਿਹਾ ਕਿ ਕਿਸੇ ਦੀ ਮੌਤ ਦੇ ਉੱਤੇ ਕੋਈ ਕ੍ਰੈਡਿਟ ਗੇਮ ਕਿੱਦਾਂ ਖੇਡ ਸਕਦਾ, ਕਿ ਕੋਈ ਕ੍ਰੈਡਿਟ ਲੈ ਗਿਆ ਕਿਸੇ ਦੀ ਮੌਤ ਦਾ ਤੇ ਉਸ ਦੀ ਮੌਤ ਦਾ ਕ੍ਰੈਡਿਟ ਸਾਡੇ ਸਿਰ ਆਉਣਾ ਚਾਹੀਦਾ ਸੀ। ਇਹ ਆਪਣੇ ਆਪ 'ਚ ਬਹੁਤ ਸ਼ਰਮ ਵਾਲੀ ਗੱਲ ਹੈ, ਜਿਸ ਨੂੰ ਮੈਂ ਹੁਣ ਇੱਥੇ ਹੀ ਸਮਾਪਤ ਕਰਦਾ ਹਾਂ ਇਹ ਗੱਲ ਕਹਿ ਕੇ ਕਿ ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਹੋ ਨਹੀਂ ਸਕਦੀ ਕਿ ਇਹ ਕਿਸੇ ਦੀ ਮੌਤ ਤੇ ਕ੍ਰੈਡਿਟ। ਜਾਂਦੇ ਇੱਕ ਲਾਈਨ ਬਸ ਮੈਂ ਇਹ ਐਡ ਕਰਨਾ ਚਾਹੁੰਦਾ ਕਿ ਵੀ ਜਿਹੜਾ ਐਕਚੁਅਲ ਟੌਪਿਕ ਹੈ ਅਸੀਂ ਸਾਰੇ ਉੱਤੇ ਹੀ ਰਹੇ ਨਾ, ਆਪਣਾ ਦਿਮਾਗ ਭਟਕਾਏ, ਕਿਉਂਕਿ ਜਸਟਿਸ ਫॉर ਸੁਸ਼ਾਂਤ ਰਾਜਪੂਤ ਇਜ਼ ਆਲ ਵੀ ਐਕਸਪੈਕਟ। ਐਗਜ਼ੈਕਟਲੀ, ਬਿਲਕੁਲ। ਇਸ ਤਰ੍ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬ ਤੋਂ ਦੂਰ ਪੰਜਾਬੀਅਤ ਦੇ ਨੇੜੇ ਬ੍ਰਦਰਜ਼ ਹਵੇਲੀ, ਪਿਓਰ ਪੰਜਾਬੀ ਖਾਣਾ, ਪਿਓਰ ਪੰਜਾਬੀ ਸਵਾਦ, ਪਿਓਰ ਪੰਜਾਬੀ ਮਾਹੌਲ। ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ, ਸਨੈਕਸ ਤੋਂ ਲੈ ਕੇ ਫੁੱਲ ਮੀਲ, ਸਭ ਕੁਝ ਅੱਜ ਹੀ ਪਹੁੰਚੋ ਬ੍ਰਦਰਜ਼ ਹਵੇਲੀ 13 to 15 ਪਲਟਨੀ Dandenong BIC 3175 Melbourne ਜਾਂ ਕਾਲ ਕਰੋ 6139792277।